ਗੁਰੂ ਜੀ ਦੀ ਸਾਚੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡਾ ਸਾਰਿਆਂ ਦਾ ਹੀ ਮਾਰਗਦਰਸ਼ਨ ਕਰ ਰਹੇ ਨੇ ਔਰ ਮਾਰਗਦਰਸ਼ਨ ਕਰਦਿਆਂ ਸਾਨੂੰ ਭੇਜ ਦੇ ਰਹੇ ਨੇ। ਸਾਡੇ ਪਿਛੋਕੜ ਤੋਂ ਜਾਣੂ ਕਰਵਾ ਰਹੇ ਨੇ, ਸਾਨੂੰ ਆਪਣੇ ਆਪ ਤੋਂ ਜਾਣੂ ਕਰਵਾ ਰਹੇ ਨੇ ਕਿ ਜਿੰਨੇ ਵੀ ਜੀਵ ਇਸ ਸੰਸਾਰ ਤੇ ਆਏ ਨੇ ਉਹ ਆਪਣੇ ਮੂਲ ਨੂੰ ਭੁੱਲ ਗਏ, ਆਪਣੇ ਪਿਛੋਕੜ ਨੂੰ ਭੁੱਲ ਗਏ। ਜਦੋਂ ਅਸੀਂ ਇਸ ਸੰਸਾਰ ਤੇ ਆਏ ਤੇ ਗੁਰਬਾਣੀ ਗੁਰੂ ਮਹਾਰਾਜ ਭੇਜ ਦਿੱਤਾ ਕਿ ਅਸੀਂ ਆਪਣੇ ਆਪ ਦੀ ਪਹਿਚਾਣ ਕਰਨੀ ਹੈ ਕਿ ਅਸੀਂ ਕੌਣ ਹਾਂ ਤੇ ਕਿੱਥੋਂ ਆਏ। ਤੇ ਮਹਾਰਾਜ ਫਰਮਾਉਣ ਲੱਗੇ ਕਿ ਇਹ ਜੋ ਮਨ ਹੈ, ਇਹ ਜੋ ਪੰਜ ਸੂਖਮ ਤੱਤ ਨੇ, ਇਹਨਾਂ ਨੂੰ ਇਕੱਠਾ ਕਰਦੇ ਆ, ਇਹ ਮਨ ਹੋਂਦ ਦੇ ਵਿੱਚ ਆਇਆ। ਜੋ ਗੁਰਬਾਣੀ ਗੁਰੂ ਮਹਾਰਾਜ ਭੇਜ ਦੇਣ ਲੱਗੇ ਤਾਂ ਮਹਾਰਾਜ ਫਰਮਾ ਰਹੇ, ਇਹ ਮਨ ਕਰਮਾ, ਇਹ ਮਨ ਧਰਮਾ, ਇਹ ਮਨ ਪੰਜ ਤਤ ਤੇ ਜਨਮਾ, ਸਾਖਤ ਲੋਭੀ ਇਹ ਮਨ ਮੁੜ, ਗੁਰਮੁਖ ਨਾਮ ਜਪੀਏ ਹਰ। ਸੋ ਸਾਨੂੰ ਮਨ ਦਾ ਭੇਦ ਦੇ ਦਿੱਤਾ ਕਿ ਜਦੋਂ ਇਹ ਸੂਖਮ ਤੱਤਾਂ ਨੂੰ ਇਕੱਠਿਆਂ ਕੀਤਾ ਗਿਆ ਤਾਂ ਇੱਕ ਪ੍ਰਕਾਸ਼, ਇੱਕ ਲਾਈਟ ਹੋਂਦ ਦੇ ਵਿੱਚ ਆਈ, ਜਿਸ ਨੂੰ ਮਨ ਕਹਿ ਦਿੱਤਾ ਗਿਆ ਔਰ ਮਾਲਕ ਅਕਾਲ ਪੁਰਖ ਵਾਹਿਗੁਰੂ ਦਾ ਉਹ ਇੱਕ ਅੰਸ਼ ਪੈਦਾ ਹੋਇਆ। ਕਿਉਂਕਿ ਅਕਾਲ ਪੁਰਖ ਵਾਹਿਗੁਰੂ ਇੱਕ ਵਿਸ਼ਾਲ ਪ੍ਰਕਾਸ਼ ਨੇ ਔਰ ਇਹ ਮਨ ਬੱਚਾ ਉਸ ਮਾਲਕ ਦਾ ਛੋਟਾ ਰੂਪ ਹੈ। ਔਰ ਗੁਰਬਾਣੀ ਗੁਰੂ ਮਹਾਰਾਜ ਅੱਗੇ ਸਾਨੂੰ ਭੇਦ ਦੇ ਦਿੱਤਾ ਕਿ ਜੇ ਇਹ ਮਨ ਸੂਖਮ ਪੰਜਾਂ ਤੱਤਾਂ ਤੋਂ ਪੈਦਾ ਹੋਇਆ ਹੈ ਔਰ ਉਹ ਪੰਜੇ ਤੱਤ ਜਿਹੜੇ ਮਾਲਕ ਅਕਾਲ ਪੁਰਖ ਵਾਹਿਗੁਰੂ ਨੇ ਪੈਦਾ ਕੀਤੇ ਨੇ, ਉਹਦੇ ਤੋਂ ਅੱਗੇ ਅਸੀਂ ਪੁੱਛਿਆ ਮਹਾਰਾਜ ਇਹ ਸਰੀਰ ਕਿੱਥੋਂ ਪੈਦਾ ਹੋਇਆ ਹੈ। ਤਾਂ ਗੁਰਬਾਣੀ ਗੁਰੂ ਮਹਾਰਾਜ ਸਾਨੂੰ ਅੱਗੇ ਭੇਜ ਦੇਣ ਲੱਗੇ ਕਿ ਇਹੀ ਜੋ ਦ੍ਰਿਸ਼ਟਮਾਨ ਸਰੀਰ ਸਾਨੂੰ ਦਿਖਾਈ ਦੇ ਰਿਹਾ ਹੈ, ਇਹ ਸਰੀਰ ਉਹਨਾਂ ਹੀ ਸੂਖਮ ਤੱਤਾਂ ਜੋ ਦ੍ਰਿਸ਼ਟਮਾਨ ਹੈ ਉਹਦੇ ਤੋਂ ਪੈਦਾ ਹੋਇਆ ਹੈ। ਜੋ ਗੁਰਬਾਣੀ ਗੁਰੂ ਮਹਾਰਾਜ ਫਰਮਾਉਣ ਲੱਗੇ ਭੇਜ ਦੇ ਰਹੇ, ਪੰਜ ਤਾਤ ਕਰ ਉਤਰਾ ਕੀਆ, ਜੀ ਦੇਹੀ ਵਿੱਚ ਜੀਓ ਆਏ ਪਿਆ। ਕਹਿੰਦੇ ਪੰਜਾਂ ਧਾਤਾਂ ਨੂੰ ਜਦੋਂ ਇਕੱਠਿਆ ਕੀਤਾ, ਪੰਜਾਂ ਤੱਤਾਂ ਨੂੰ ਇਕੱਠਿਆ ਕੀਤਾ, ਸੋ ਇਹ ਦੇਹੀ ਬਣ ਗਈ। ਦੇਹੀ ਦੇ ਵਿੱਚ ਜੀਓ ਆਇਆ, ਜਿਹਨੂੰ ਅਸੀਂ ਜੀ ਕਹਿੰਦੇ ਆ, ਮਨ ਕਹਿੰਦੇ ਆ। ਜੀ ਦੇਹੀ ਵਿੱਚ ਜੀਓ ਆਏ ਪਿਆ। ਹੁਣ ਉਹ ਜੀਓ ਆ ਗਿਆ, ਮਨ ਇਸ ਸੰਸਾਰ ਤੇ ਆ ਗਿਆ। ਇਹ ਪੰਜਾਂ ਤੱਤਾਂ ਤੋਂ, ਸੂਖਮ ਪੰਜਾਂ ਤੱਤਾਂ ਤੋਂ, ਮਾਲਕ ਦਿਆਂ ਤੋਂ ਮਨ ਪੈਦਾ ਹੋਇਆ। ਅਸਥੂਲ ਪੰਜਾਂ ਤੱਤਾਂ ਤੋਂ, ਮਾਲਕ ਦਿਆਂ ਤੋਂ ਸਰੀਰ ਪੈਦਾ ਹੋਇਆ। ਤੇ ਜਦੋਂ ਹੀ ਇਹ ਸੰਸਾਰ ਤੇ ਆਇਆ ਤਾਂ ਇਹ ਜੀਵ ਨੇ ਦੇਖਿਆ ਕਿ ਮੈਂ ਸੰਸਾਰ ਤੇ ਆਪਣੇ ਆਪ ਦੀ ਹੋਂਦ ਨੂੰ ਇੱਕ ਸਰੀਰ ਸਮਝਿਆ, ਸਰੀਰ ਜਾਣਿਆ ਔਰ ਜਾਣ ਕੇ ਆਪਣੇ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ ਇਸ ਜੀਵ ਨੇ। ਜਿੰਨਾ ਸਮਾਂ ਗੁਰੂ ਦੀ ਮੱਤ ਨਹੀਂ ਹੁੰਦੀ ਉਹਨਾਂ ਸਮਾਂ ਭੇਦ ਨਹੀਂ ਹੁੰਦਾ। ਗੁਰੂ ਕਹਿ ਸਾਨੂੰ ਜੀਵਾਂ ਨੂੰ ਪਤਾ ਨਹੀਂ ਲੱਗਦਾ ਉਹਨਾਂ ਸਮਾਂ। ਸੋ ਆਪਣੇ ਫੈਸਲੇ ਇਸ ਜੀਵ ਨੇ ਆਪ ਲੈਣੇ ਸ਼ੁਰੂ ਕਰ ਦਿੱਤੇ ਕਿ ਕਿਸੇ ਨਾਲ ਈਰਖਾ ਕਰਨੀ ਸ਼ੁਰੂ ਕਰ ਦਿੱਤੀ, ਕਿਸੇ ਨਾਲ ਨਿੰਦਿਆ, ਦੁਬਦਾ, ਚੁਗਲੀ ਇਹਨਾਂ ਦੇ ਵੱਸ ਪੈ ਗਿਆ। ਔਰ ਗੁਰਬਾਣੀ ਗੁਰੂ ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਸੀ ਕਿ ਇਹ ਜੋ ਖੇਲ ਖੇਲਣ ਤੁਸੀਂ ਜਾ ਰਹੇ ਹੋ ਇਸ ਲੋਕ ਤੇ, ਔਰ ਇਹ ਲੋਕ ਤੇ ਜਦੋਂ ਤੁਸੀਂ ਵਿਚਰਨਾ ਹੈ, ਇਸ ਲੋਕ ਤੇ ਤੁਹਾਡਾ ਜਿਹੜਾ ਸਰੀਰ ਆ, ਜੇ ਲੋਕ ਨਾਸ਼ਵਾਨ ਹੈ, ਝੂਠ ਹੈ, ਤਾਂ ਇਹ ਸਰੀਰ ਜੋ ਤੁਹਾਨੂੰ ਉਸ ਇਲਾਕੇ ਦੇ ਵਿੱਚ ਰਹਿਣ ਲਈ ਇੱਕ ਪਿੰਜਰਾ ਦਿੱਤਾ ਜਾਏਗਾ ਉਹ ਵੀ ਝੂਠ ਹੋਏਗਾ। ਔਰ ਉਹ ਹੱਡ ਮਾਸ ਤੇ ਨਾੜੀਆਂ ਤੋਂ ਮਿਲ ਕੇ ਬਣਿਆ ਹੋਏਗਾ। ਜੋ ਗੁਰਬਾਣੀ ਗੁਰੂ ਮਹਾਰਾਜ ਫਰਮਾਉਣ ਲੱਗੇ, ਹਾੜ ਮਾਸ ਨਾੜੀ ਕੋ ਪਿੰਜਰ, ਪੰਖੀ ਵਸੈ ਵਿਚਾਰਾ। ਇਹਨਾਂ ਨੂੰ ਮਿਲ ਕੇ ਇਕੱਠਾ ਕੀਤਾ ਗਿਆ ਹੋਏਗਾ। ਸੰਸਾਰ ਤੇ ਮਾਂ ਤੇ ਪਿਓ ਦੇ ਰਕਤ ਬਿੰਦ ਤੋਂ ਮਿਲ ਕੇ, ਅੰਗਾਰੇ ਤੋਂ ਮਿਲ ਕੇ ਇਹ ਇਕੱਠਾ ਹੋਏਗਾ। ਔਰ ਇਸ ਜੀਵ ਨੇ ਆਪਣੇ ਆਪ ਨੂੰ ਪਹਿਚਾਨਣ ਨਾ ਕਰਕੇ ਇਹ ਸਾਨੂੰ ਜੀਵਾਂ ਨੂੰ ਸੋਝ ਹੀ ਨਹੀਂ ਰਹੀ ਕਿ ਮਨ ਵੀ ਸਾਡਾ ਨਹੀਂ ਹੈ। ਇਹ ਪੰਜਾਂ ਤੱਤਾਂ ਨੂੰ ਮਿਲ ਕੇ ਜਿਹੜਾ ਸਰੀਰ ਬਣਿਆ ਇਹ ਵੀ ਸਾਡਾ ਨਹੀਂ ਹੈ। ਤੇ ਫਿਰ ਗੁਰਮੁਖ ਪਿਆਰਿਓ, ਸਾਡਾ ਸਾਡੇ ਦੇ ਵਿੱਚ ਹੈ ਕੀ? ਅਸੀਂ ਕਿਵੇਂ ਫੈਸਲਾ ਲੈ ਸਕਦੇ ਹਾਂ ਆਪਣੇ ਆਪ ਲਈ?
ਇਸੇ ਕਰਕੇ ਗੁਰਬਾਣੀ ਗੁਰੂ ਮਹਾਰਾਜ ਸਾਨੂੰ ਭੇਜ ਦੇ ਰਹੇ ਨੇ ਕਿ ਇਹ ਮਨ, ਇਹ ਜੀਵ ਜਦੋਂ ਸੰਸਾਰ ਤੇ ਵਿਚਰਦਾ ਹੈ, ਇਹ ਹਉਮੈ ਵਿੱਚ ਹੀ ਨੀਵਾਂ ਹੁੰਦਾ ਹੈ। ਹਉਮੈ ਵਿੱਚ ਉੱਚਾ ਤਾਂ ਹੁੰਦਾ ਹੀ ਹੈ ਦੂਜਿਆਂ ਨਾਲੋਂ, ਬਾਕੀਆਂ ਨਾਲੋਂ, ਹੈ ਨਾ। ਜਿਸ ਅਵਸਥਾ ਵਿੱਚ ਸਾਨੂੰ ਗੁਰਬਾਣੀ ਗੁਰੂ ਮਹਾਰਾਜ ਸਮਝਾਉਣ ਲੱਗੇ, ਅਪਰਾਧੀ ਤੂੰ ਨਾ ਨਿਵੈ। ਸੋ ਇਹ ਜੀਵ ਨੇ ਆਪਣੇ ਆਪ ਨੂੰ ਪਹਿਚਾਣ ਨਾ ਕਰਨ ਕਰਕੇ ਕੀ ਹੋਇਆ, ਆਪਣੇ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ। ਜਿਸ ਤਰ੍ਹਾਂ ਆਪਾਂ ਦ੍ਰਿਸ਼ਟਮਾਨ ਤੇ ਵਿਚਰਦਿਆਂ ਦੇਖਦੇ ਹਾਂ ਕਿ ਮੈਨੂੰ ਆਪਣੇ ਸਰੀਰ ਦੇ ਵਿੱਚ ਇਹ ਚੀਜ਼ ਚੰਗੀ ਨਹੀਂ ਲੱਗਦੀ। ਜਿਵੇਂ ਆਪਾਂ ਦ੍ਰਿਸ਼ਟਮਾਨ ਤੌਰ ਤੇ ਦੇਖਦੇ ਹਾਂ, ਆਪਾਂ ਕਿਸੇ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਕਰ ਰਹੇ, ਕਿਉਂਕਿ ਹਰ ਇੱਕ ਜੀਵ ਇਹ ਜੋ ਇਸ ਸੰਸਾਰ ਤੇ ਆਇਆ ਹੈ, ਮਾਲਕ ਅਕਾਲ ਪੁਰਖ ਵਾਹਿਗੁਰੂ ਨੇ ਉਹਨੂੰ ਆਜ਼ਾਦ ਕਰਕੇ ਭੇਜਿਆ। ਖੇਲ ਹੈ ਇੱਕ, ਪਰ ਅਸੀਂ ਵਿਚਾਰਨਾ ਹੈ ਗੁਰਬਾਣੀ ਗੁਰੂ ਦੇ ਆਧਾਰ ਤੇ। ਤਾਂ ਗੁਰਮੁਖ ਨੇ ਦੇਖਿਆ, ਉਸ ਜੀਵ ਨੇ ਦੇਖਿਆ, ਸੁਰਜੀ ਨਾ ਹੋਣ ਕਰਕੇ ਜਿਸ ਤੇ ਆਪਣਾ ਹੱਕ ਨਹੀਂ ਸੀ, ਤਾਂ ਉਹਦੇ ਵਿੱਚ ਉਹਨੇ ਵਾਧ ਘਾਟ ਕਰਨੀ ਸ਼ੁਰੂ ਕੀਤੀ ਹੈ ਸਰੀਰ ਦੇ ਵਿੱਚ। ਮੈਨੂੰ ਇਹ ਵਾਲ ਨਹੀਂ ਚੰਗੇ ਲੱਗਦੇ, ਮੈਨੂੰ ਸਰੀਰ ਦਾ ਇਹ ਹਿੱਸਾ ਇਸ ਤਰ੍ਹਾਂ ਹੋਣਾ ਚਾਹੀਦਾ, ਇਸ ਤਰ੍ਹਾਂ ਹੋਣਾ ਚਾਹੀਦਾ। ਸੋ ਆਪਾਂ ਦੇਖਦੇ ਹਾਂ ਗੁਰਮੁਖ ਪਿਆਰੇ ਸਾਰੇ ਸੰਸਾਰ ਦੇ ਵਿਚਰਦੇ। ਸੋ ਉਸ ਸਰੀਰ ਦੇ ਵਿੱਚ ਜੋ ਇਹਦਾ ਆਪਣਾ ਨਹੀਂ ਸੀ, ਨਾ ਮਨ ਆਪਣਾ ਸੀ, ਨਾ ਸਰੀਰ ਆਪਣਾ ਸੀ, ਉਹਦੇ ਵਿੱਚ ਵਾਧ ਘਾਟ ਕਰਨੀ ਇਸਨੇ ਸ਼ੁਰੂ ਕਰ ਦਿੱਤੀ। ਤਾਂ ਗੁਰਬਾਣੀ ਗੁਰੂ ਮਹਾਰਾਜ ਸਮਝਾਉਣ ਲੱਗੇ, ਕਹਿੰਦੇ ਇਸ ਨੂੰ ਇਹ ਨਹੀਂ ਸੀ ਪਤਾ ਕਿ ਜੋ ਇਹ ਖੇਤ ਬਣਿਆ ਹੈ, ਔਰ ਖੇਤ ਦੇ ਵਿੱਚ ਮਾਲਕ ਅਕਾਲ ਪੁਰਖ ਵਾਹਿਗੁਰੂ ਨੇ ਇਸ ਨੂੰ ਨੌਕਰੀ ਦੇ ਕੇ ਭੇਜਿਆ ਸੀ, ਇੱਕ ਡਿਊਟੀ ਦੇ ਕੇ ਭੇਜਿਆ ਸੀ ਕਿ ਤੂੰ ਨੌਕਰ ਹੈ। ਖੇਤ ਦੇ ਵਿੱਚ ਅਗਰ ਕੋਈ ਜਾਨਵਰ ਆਏਗਾ, ਕੋਈ ਚੋਰ ਚੱਕਾ ਆਏਗਾ, ਤੇ ਤੂੰ ਖੇਤ ਦੀ ਰਾਖੀ ਕਰਨੀ ਹੈ, ਨਾ ਕਿ ਤੂੰ ਖੇਤ ਨੂੰ ਉਜਾੜਨਾ ਹੈ। ਜਿਵੇਂ ਆਪਾਂ ਦ੍ਰਿਸ਼ਟਮਾਨ ਤੌਰ ਤੇ ਦੇਖਦੇ ਹਾਂ ਗੁਰਮੁਖ ਪਿਆਰੇ, ਜਦੋਂ ਅਸੀਂ ਇੱਕ ਵਰਕਰ ਲੈਂਦੇ ਹਾਂ, ਇੱਕ ਲੇਬਰ ਲੈਂਦੇ ਹਾਂ, ਉਸ ਨੂੰ ਕੰਮ ਸਮਝਾਉਂਦੇ ਹਾਂ ਵੀ ਭਾਈ ਤੁਸੀਂ ਖੇਤ ਜਾਣਾ, ਖੇਤ ਜਾ ਕੇ ਜਿਹੜੀ ਫਸਲ ਹੈਗੀ ਆ ਉਹਦੇ ਵਿੱਚ ਗੰਦ ਹੈਗਾ, ਤੁਸੀਂ ਉਹਨੂੰ ਮਾਰਨਾ, ਉਹਨੂੰ ਸਾਫ਼ ਕਰਨਾ, ਤਾਂ ਕਿ ਫਸਲ ਜਿਹੜੀ ਆ ਪ੍ਰਫੁੱਲਤ ਹੋਵੇ, ਝਾੜ ਚੰਗਾ ਨਿਕਲੇ, ਪ੍ਰੋਡਕਸ਼ਨ ਅੱਛੀ ਹੋਵੇ। ਪਰ ਜੇਕਰ ਉਹ ਗੁਰਮੁਖ ਗੰਦ ਮਾਰਨ ਦੀ ਬਜਾਏ ਫਸਲ ਨੂੰ ਹੀ ਕੱਟਣ ਲੱਗ ਜਾਏ, ਤੇ ਗੁਰਮੁਖ ਪਿਆਰਿਓ ਜਿਵੇਂ ਹੀ ਉਹ ਵਾਪਸ ਆਏਗਾ ਕੰਮ ਆਪਣੇ ਖੇਤ ਤੋਂ, ਤਾਂ ਜੋ ਮਾਲਕ ਹੈ ਉਸ ਨੂੰ ਕਹੇਗਾ ਕਿ ਮੈਨੂੰ ਤੇਰੀ ਲੋੜ ਨਹੀਂ ਆ, ਤੁਸੀਂ ਛੁੱਟੀ ਕਰ ਸਕਦੇ ਹੋ ਕੰਮ ਤੋਂ। ਇਸੇ ਤਰ੍ਹਾਂ ਹੀ ਜਦੋਂ ਇਹ ਮਨ ਇਹ ਸੰਸਾਰ ਤੇ ਆਇਆ ਗੁਰਮੁਖ ਪਿਆਰਿਓ, ਇਸ ਖੇਤ ਦਾ ਰਾਖਾ ਬਣਾ ਕੇ ਭੇਜਿਆ ਸੀ, ਇਸ ਕਾਇਆ ਦਾ ਰਾਖਾ ਬਣਾ ਕੇ ਭੇਜਿਆ ਸੀ। ਤੇ ਗੁਰਬਾਣੀ ਗੁਰੂ ਮਹਾਰਾਜ ਸਮਝਾਉਣ ਲੱਗੇ, ਜਿਉ ਰਾਖਾ ਖੇਤ ਉੱਪਰ ਪਰਾਏ, ਖੇਤ ਕਸਮ ਕਾ ਰਾਖਾ ਉੱਠ ਜਾਏ। ਜੇਕਰ ਉਹ ਅੱਛੀ ਨੌਕਰੀ ਨਹੀਂ ਕਰੇਗਾ ਤਾਂ ਮਾਲਕ ਨੂੰ ਉਹ ਪ੍ਰਵਾਨ ਨਹੀਂ ਹੋਏਗਾ। ਉਹ ਗੰਦ ਮਾਰਨਾ ਸੀ, ਸਫਾਈ ਕਰਨੀ ਸੀ, ਜੇ ਸਫਾਈ ਹੁੰਦੀ ਤਾਂ ਹੀ ਉਹਦੇ ਵਿੱਚ ਬੀਜ ਬੋਇਆ ਜਾਣਾ ਸੀ। ਤੇ ਗੁਰਮੁਖ ਪਿਆਰਿਓ, ਇਸ ਜੀਵ ਨੇ ਸੰਸਾਰ ਦੇ ਵਿਚਰਦਿਆਂ ਹੋਇਆਂ ਮਨ ਦਾ ਭੇਦ ਨਹੀਂ ਲਿਆ, ਆਪਣਾ ਅਸਲ ਦਾ ਭੇਦ ਨਹੀਂ ਲਿਆ। ਨਾ ਭੇਦ ਲੈਣ ਕਰਕੇ ਜਿਹੜੇ ਮਨ ਦੇ ਵਿਚਾਰ ਸੀ, ਉਹਨਾਂ ਦੇ ਅਧੀਨ ਵਸ ਪੈਂਦਾ ਹੋਇਆ ਸਰੀਰ ਨੂੰ ਵੀ ਖਰਾਬ ਕਰਨਾ ਸ਼ੁਰੂ ਕਰ ਦਿੱਤਾ। ਆਪਣੀ ਮੱਤ ਦੇ ਅਨੁਸਾਰ ਇਹਦੇ ਵਿੱਚ ਵਾਧ ਘਾਟ ਕਰਨੀ ਸ਼ੁਰੂ ਕਰ ਦਿੱਤੀ। ਔਰ ਜਿਵੇਂ ਹੀ ਇਹ ਕਰਨੀ ਸ਼ੁਰੂ ਕਰ ਦਿੱਤੀ, ਤਾਂ ਗੁਰਬਾਣੀ ਗੁਰੂ ਮਹਾਰਾਜ ਸਾਨੂੰ ਭੇਦ ਦੇਣ ਲੱਗੇ ਕਿ ਇਸ ਜੀਵ ਨੇ ਜੁਗਤੀ ਨਹੀਂ ਸਮਝੀ, ਗੁਰੂ ਦੀ ਸੰਗਤ ਨਹੀਂ ਕੀਤੀ, ਜੁਗਤੀ ਨਹੀਂ ਸਮਝੀ। ਔਰ ਜਿੰਨਾ ਸਮਾਂ ਜੁਗਤੀ ਨਹੀਂ ਸਮਝਦੇ, ਉਹਨਾਂ ਸਮਾਂ ਇਹ ਜਮਾਂ ਦੇ ਵਸ ਰਹਿਣੀ। ਜੋ ਗੁਰਬਾਣੀ ਗੁਰੂ ਮਹਾਰਾਜ ਸਮਝਾਉਂਦੇ ਕਿ ਜੁਗਤੀ ਨਹੀਂ ਜਾਣੇਗਾ ਤਾਂ ਮੁਕਤ ਨਹੀਂ ਹੋਵੇਗਾ ਵਿਚਾਰਾਂ ਤੋਂ। ਜੋ ਗੁਰਬਾਣੀ ਗੁਰੂ ਮਹਾਰਾਜ ਭੇਦ ਦੇਣ ਲੱਗੇ, ਸੇ ਮੁਕਤ ਪਏ ਜਨ ਹਰਿ ਧਿਆਇਆ ਜੀ, ਤਨ ਟੂਟੀ ਜਾਂ ਕੀ ਫਾਸੀ, ਜੇ ਨਿਰਭਉ ਜਨ ਹਰਿ ਨਿਰਭਉ ਧਿਆਇਆ ਜੀ, ਤਨ ਕਾ ਭਉ ਸਭ ਨਾਸੀ। ਸੋ ਹੁਣ ਇਹ ਜੀਵ ਸੰਸਾਰ ਤੇ ਵਿਚਰਨ ਲੱਗਿਆ, ਤੇ ਮਨ ਦੇ ਵਿਚਾਰਾਂ ਦਾ ਭੇਦ ਨਾ ਹੋਣ ਕਰਕੇ ਆਪਣੇ ਸਰੀਰ ਨੂੰ ਸੁੱਖ ਦੇਣਾ ਚਾਹਿਆ। ਪਰ ਜੋ ਮਨ ਇਸ ਖੇਤ ਦੇ ਵਿੱਚ ਰਾਖਾ ਆਇਆ ਸੀ, ਉਹਨੇ ਵਿਚਾਰਾਂ ਦਾ ਗੰਦ ਨਹੀਂ ਮਾਰਿਆ, ਉਲਟਾ ਫਸਲ ਨੂੰ ਹੀ ਉਜਾੜਨਾ ਸ਼ੁਰੂ ਕਰ ਦਿੱਤਾ। ਤੇ ਗੁਰਬਾਣੀ ਗੁਰੂ ਮਹਾਰਾਜ ਸਮਝਾਉਣ ਲੱਗੇ, ਜੋ ਮਾਰੇ ਫਰਮਾਰੇ ਸੱਚ ਤਾਂ ਪਰ ਜਾਣੀਆਂ, ਜੇ ਜੁਗਤ ਜਾਣੇ ਜੀਓ, ਧਰਤ ਕਾਇਆ ਸਾਧ ਗਏ
ਵਿੱਚ ਦੇਹ ਕਰਤਾ ਜੀ। ਔਰ ਬੀਜ ਬੀਜਣਾ ਸੀ ਉਸ ਮਾਲਕ ਨੇ, ਅਕਾਲ ਪੁਰਖ ਵਾਹਿਗੁਰੂ ਨੇ ਨਾਮ ਦਾ ਬੀਜ ਬੋਣਾ ਹੀ ਇਸ ਮਨ ਨੂੰ ਬਖਸ਼ਿਸ਼ ਕਰਨਾ ਸੀ। ਪਰ ਜਿੰਨਾ ਸਮਾਂ ਇਸ ਜੀਵ ਨੇ ਗੰਦ ਨਹੀਂ ਮਾਰਿਆ, ਮਨ ਨੂੰ ਸਾਫ਼ ਨਹੀਂ ਕੀਤਾ, ਵਿਚਾਰਾਂ ਤੋਂ ਰਹਿਤ ਨਹੀਂ ਹੋਇਆ, ਮੁਕਤ ਨਹੀਂ ਹੋਇਆ, ਤੇ ਗੁਰਮੁਖ ਪਿਆਰੇ ਸੰਸਾਰ ਦੇ ਵਿਚਰਦੇ ਆਪਾਂ ਦੇਖਦੇ ਹਾਂ ਕੋਈ ਵੀ ਕਿਸਾਨ ਜਦੋਂ ਬੀਜ ਨੂੰ ਬੀਜਦਾ ਹੈ, ਬੋਂਦਾ ਹੈ, ਉਸ ਤੋਂ ਪਹਿਲਾਂ ਉਹ ਫਸਲ ਨੂੰ, ਜੋ ਖੇਤ ਹੈ ਉਹਨੂੰ ਚੰਗੀ ਤਰ੍ਹਾਂ ਤਿਆਰ ਕਰਦਾ ਹੈ। ਜਿੰਨਾ ਸਮਾਂ ਉਹਦੀ ਤਸੱਲੀ ਨਹੀਂ ਹੁੰਦੀ ਉਹ ਬੀਜ ਨਹੀਂ ਬੀਜਦਾ। ਤੇ ਅਸੀਂ ਕਿਵੇਂ ਮਾਲਕ ਤੋਂ ਐਕਸਪੈਕਟ, ਸਤਿਗੁਰੂ ਤੋਂ ਕਿਵੇਂ ਉਮੀਦ ਲਾ ਸਕਦੇ ਹਾਂ ਵਾਹਿਗੁਰੂ ਕਿ ਜਿੰਨਾ ਸਮਾਂ ਇਸ ਕਾਇਆ ਦੇ ਵਿੱਚ ਗੰਦ ਹੈ ਵਿਚਾਰਾਂ ਦਾ, ਉਹਨਾਂ ਸਮਾਂ ਮਾਲਕ ਨਾਮ ਦਾ ਬੀਜ ਬੋਲੇਗਾ। ਜਦੋਂ ਦ੍ਰਿਸ਼ਟਮਾਨ ਤੌਰ ਤੇ ਅਸੀਂ ਦੇਖਦੇ ਹਾਂ ਕਿ ਮਾਲਕ ਨੇ, ਅਕਾਲ ਪੁਰਖ ਵਾਹਿਗੁਰੂ ਨੇ ਜੋ ਖੇਡ ਦ੍ਰਿਸ਼ਟਮਾਨ ਬਣਾਇਆ ਉਹ ਸਾਡਾ ਅੰਦਰ ਦਾ ਖੇਡ ਹੈ। ਜਦੋਂ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ। ਹੁਣ ਦ੍ਰਿਸ਼ਟਮਾਨ ਤੌਰ ਤੇ ਜਿੰਨਾ ਸਮਾਂ ਇੱਕ ਕਿਸਾਨ ਨੂੰ ਤਸੱਲੀ ਨਹੀਂ ਹੁੰਦੀ ਕਿ ਜ਼ਮੀਨ ਦੇ ਵਿੱਚੋਂ ਘਾਹ ਜੋ ਕੰਦ ਮੂਲ ਹੈ ਉਹ ਚੰਗੀ ਤਰ੍ਹਾਂ ਸਾਫ਼ ਨਹੀਂ ਹੋਇਆ, ਜੇ ਮੈਂ ਬੀਜ ਦਾ ਛਿੱਟਾ ਦੇਵਾਂਗਾ ਤਾਂ ਬੀਜ ਹਰਾ ਨਹੀਂ ਹੋਏਗਾ, ਮੇਰਾ ਨੁਕਸਾਨ ਹੋਏਗਾ। ਤੇ ਉਹ ਸਤਿਗੁਰੂ, ਉਹ ਕਿਵੇਂ ਇਸ ਮਨ ਨੂੰ ਨਾਮ ਦੇ ਦੇਗਾ? ਕਿਉਂਕਿ ਨਾਮ ਜੋ ਹੈ ਉਹ ਸਤਿਗੁਰੂ ਨੇ ਦੇਣਾ ਹੈ, ਤੇ ਫਿਰ ਹੀ ਇਸ ਮਨ ਨੇ ਵੱਡੇ ਭਾਗਾਂ ਵਾਲਾ ਹੋਣਾ ਹੈ। ਜੋ ਮਹਾਰਾਜ ਫਰਮਾ ਰਹੇ, ਸਤਿਗੁਰੂ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਪਰ ਇਹ ਸੰਸਾਰ ਤੇ ਵਿਚਰਦਿਆਂ ਹੋਇਆ ਜੀਵ ਆਪਣੇ ਆਪ ਦੀ ਪਹਿਚਾਣ ਨਾ ਕਰਦਾ ਹੋਇਆ ਆਪਣੀ ਸ਼ੋਭਾ ਕਰਵਾਉਣੀ ਸ਼ੁਰੂ ਕਰ ਦਿੱਤੀ। ਆਪਣੇ ਆਪ ਨੂੰ ਖੰਡਾਂ ਬ੍ਰਹਮੰਡਾਂ ਤੱਕ ਵੀ ਮਾਲਕ ਨੇ ਸਮਝਾਇਆ ਕਿ ਜੇਕਰ ਇਸ ਦੀ ਸ਼ੋਭਾ ਖੰਡਾਂ ਬ੍ਰਹਮੰਡਾਂ ਤੱਕ ਵੀ ਹੋ ਜਾਵੇ ਤਾਂ ਫਿਰ ਵੀ ਕਹਿੰਦੇ ਜੇਕਰ ਮਾਲਕ ਨਾਲ ਮਿਲਾਪ ਨਾ ਹੋਇਆ ਤੇ ਕਹਿੰਦੇ ਇਹ ਕੋੜੀ ਹੈ ਮਨ, ਨਰਕ ਦੇ ਬਰਾਬਰ ਹੈ ਇਸ ਜੀਵ ਦੀ ਜ਼ਿੰਦਗੀ। ਜੋ ਗੁਰਬਾਣੀ ਗੁਰੂ ਮਹਾਰਾਜ ਸਾਨੂੰ ਭੇਜ ਦੇਣ ਲੱਗੇ, ਧੰਨ ਗੁਰੂ ਅਰਜਨ ਦੇਵ ਮਹਾਰਾਜ, ਮਹਾਰਾਜ ਫਰਮਾ ਰਹੇ, ਬਸੰਤ ਸਵਰਗ ਲੋਕੈ ਜਿੱਤੇ ਪ੍ਰਿਥਵੀ ਨਵ ਖੰਡਣੇ। ਕਹਿੰਦੇ ਪ੍ਰਿਥਵੀ ਵੀ ਜਿੱਤ ਲਈ, ਨਵਖੰਡ ਵੀ ਜਿੱਤ ਲਏ। ਬਿਸਰੰਤ ਹਰ ਗੋਪਾਲੈ ਨਾਨਕ ਪ੍ਰਾਣੀ ਉਦਿਆਨ ਭਰਮਣੈ। ਕਹਿੰਦੇ ਫਿਰ ਵੀ ਇਹ ਗਰਭ ਦੇ ਵਿੱਚ ਭਰਮਦਾ ਹੀ ਰਹੇਗਾ। ਜੇਕਰ ਇਹ ਚਤਰਾਈ ਕਰੇਗਾ, ਦ੍ਰਿਸ਼ਟਮਾਨ ਤੌਰ ਤੇ ਆਪਣੀ ਜੋ ਸ਼ੋਭਾ ਕਰਵਾਉਂਦਾ ਹੈ, ਆਪਣੇ ਆਪ ਨੂੰ ਸਭ ਤੋਂ ਚੰਗਾ ਗਿਣਦਾ ਹੈ। ਜੋ ਮਹਾਰਾਜ ਅੱਗੇ ਫਰਮਾ ਰਹੇ, ਕੌਤਕ ਕੋਟ ਤਮਾਸਿਆਂ ਚਿਤ ਨਾ ਅਵਸਨਾ, ਸੇ ਕੋੜੀ ਨਰਕ ਬਰਾਬਰੇ ਨਾਨਕ ਸੋਈ ਥਾਪ। ਸੋ ਐਸੀ ਅਵਸਥਾ ਦੇ ਵਿੱਚ ਮਹਾਰਾਜ ਸਮਝਾਉਣ ਲੱਗੇ ਕਿ ਉਹ ਕੋੜੀ ਦੇ ਬਰਾਬਰ ਹੋ ਗਿਆ ਹੈ ਜੀਵ, ਔਰ ਇਸ ਦੀ ਜੋ ਜ਼ਿੰਦਗੀ ਹੈ ਨਰਕ ਦੇ ਬਰਾਬਰ ਹੈ। ਦ੍ਰਿਸ਼ਟਮਾਨ ਸੁੱਖ ਨੂੰ ਸੁੱਖ ਗਿਣਦਾ ਹੈ, ਪਰ ਇਹ ਸਦੀਵੀ ਸੁੱਖ ਨਹੀਂ ਆ, ਇਹ ਸਦੀਵੀ, ਇਹ ਥਿਰ ਨਹੀਂ ਰਹਿਣਾ। ਸੋ ਥਿਰ ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਨੇ ਰਹਿਣਾ ਹੈ, ਪਿਤਾ ਨੇ ਰਹਿਣਾ ਹੈ। ਔਰ ਅਗਰ ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਤੱਕ ਨਹੀਂ ਪਹੁੰਚਿਆ ਗੁਰਮੁਖ ਮਨ, ਤਾਂ ਇਹ ਮਨ ਵੀ ਥਿਰ ਨਹੀਂ, ਟਿਕ ਕੇ ਨਹੀਂ ਬੈਠੇਗਾ। ਇਸੇ ਕਰਕੇ ਗੁਰਮੁਖੋ, ਜਿਸ ਤਰ੍ਹਾਂ ਆਪਾਂ ਵਿਚਾਰ ਕਰਦੇ ਹਾਂ, ਸੰਸਾਰ ਦੇ ਵਿੱਚ ਵਿਚਰਦੇ ਹਾਂ, ਇਹ ਦੇਸ਼ ਆਕਾਰਾਂ ਦਾ ਹੈ। ਔਰ ਇਹ ਮਨ ਜਦੋਂ ਨਿਰਾਕਾਰ ਨੂੰ ਛੱਡ ਕੇ ਆਕਾਰ ਨੂੰ ਦੇਖਦਾ ਹੈ ਤਾਂ ਉਹ ਆਕਾਰ ਇਸ ਮਨ ਦੇ ਅੰਦਰ ਵਸ ਜਾਂਦਾ ਹੈ। ਔਰ ਜਿਵੇਂ ਆਕਾਰ ਵਸ ਜਾਂਦਾ ਹੈ ਤਾਂ ਉਹ ਆਕਾਰ ਵਿਚਾਰ ਬਣਦਾ ਹੈ। ਤੇ ਪਰ ਮਾਲਕ ਅਕਾਲ ਪੁਰਖ ਵਾਹਿਗੁਰੂ ਨੇ ਤਾਂ ਇਸ ਮਨ ਦੀ ਇਹ ਡਿਊਟੀ ਨਹੀਂ ਲਾਈ ਸੀ ਕਿ ਤੁਸੀਂ ਆਕਾਰ ਨੂੰ ਦੇਖਣਾ ਹੈ। ਉਹਨਾਂ ਕਿਹਾ ਸੀ ਨਿਰਾਕਾਰ ਨੂੰ ਦੇਖਦਿਆਂ ਹੋਇਆਂ ਆਕਾਰ ਨੂੰ ਦੇਖਣਾ। ਪਰ ਇਹ ਜੀਵ ਆਪਣੀ ਮੱਤ ਵਰਤਦਾ ਰਿਹਾ, ਤੇ ਮਹਾਰਾਜ ਸਾਨੂੰ ਸਮਝਾ ਦਿੱਤਾ, ਮਨ ਕੀ ਮਤ ਤਿਆਗੋ ਹਰਿ ਜਨ ਯਹਾਂ ਬਾਤ ਕਠਿਨ। ਕਹਿੰਦੇ ਜਿੰਨਾ ਸਮਾਂ ਤਿਆਗੇਗਾ ਨਹੀਂ, ਉਹਨਾਂ ਸਮਾਂ ਉਸ ਮਾਲਕ ਅਕਾਲ ਪੁਰਖ ਪਿਤਾ ਦੇ ਸਨਮੁਖ ਨਹੀਂ ਹੋ ਸਕਦਾ ਹੈ। ਔਰ ਨਾਲ ਦੀ ਨਾਲ ਸਾਨੂੰ ਸਮਝਾ ਦਿੱਤਾ ਕਿ ਜੇਕਰ ਤੁਸੀਂ ਮਤ ਨੂੰ ਤਿਆਗਣਾ ਚਾਹੁੰਦੇ ਹੋ, ਕਿਉਂਕਿ ਇਸ ਮਨ ਨੇ ਇਹਨਾਂ ਪੰਜਾਂ ਦੀ ਮੱਤ ਧਾਰਨ ਕਰ ਲਈ ਹੈ, ਜੋ ਇਸ ਦੇ ਸਲਾਹਕਾਰ ਸੀ ਹੁਣ ਉਹ ਇਹਨਾਂ ਦਾ ਰਾਜ ਹੋ ਗਿਆ ਹੈ। ਇਹਨਾਂ ਦੀ ਮੱਤ ਧਾਰਨ ਕਰਕੇ ਹੁਣ ਇਹਨਾਂ ਦਾ ਆਪਣਾ ਫੈਸਲਾ ਚੱਲਦਾ ਹੈ। ਮਨ ਨੂੰ ਕੁਝ ਨਹੀਂ ਪਤਾ ਲੱਗਦਾ ਕਿ ਮੈਂ ਕੀ ਡਿਸੀਜ਼ਨ ਲੈਣਾ ਹੈ, ਕੀ ਨਹੀਂ ਲੈਣਾ। ਤੇ ਗੁਰਬਾਣੀ ਗੁਰੂ ਮਹਾਰਾਜ ਸਾਨੂੰ ਸਮਝਾਉਣ ਲੱਗੇ ਕਿ
ਇਹ ਮਨ ਜੇ ਹੁਣ ਆਪਣਾ ਵਜੂਦ ਨਹੀਂ ਸਮਝੇਗਾ, ਆਪਣੇ ਆਪ ਨੂੰ ਨਹੀਂ ਸਮਝੇਗਾ ਕਿ ਮੈਂ ਕੀ ਹਾਂ, ਮੇਰਾ ਮੇਰੇ 'ਚ ਕੀ ਹੈ ਜਾਂ ਕੀ ਨਹੀਂ ਹੈ, ਤਾਂ ਉਹਨਾਂ ਸਮਾਂ ਇਹ ਇਸ ਖੇਡ ਨੂੰ ਸਮਝ ਨਹੀਂ ਪਾਏ। ਤੇ ਖੇਡ ਦੀ ਸਮਝ ਤਾਂ ਹੀ ਆਏਗੀ ਜੇਕਰ ਇਹ ਜੀਵ ਵਿਚਾਰਾਂ ਤੋਂ ਰਹਿਤ ਹੋਏਗਾ। ਸੋ ਆਓ ਫਿਰ ਆਪਾਂ ਥੋੜਾ ਸਿਮਰਨ ਕਰੀਏ ਤਾਂ ਕਿ ਮਨ ਵਿਚਾਰਾਂ ਤੋਂ ਰਹਿਤ ਹੋਵੇ। ਸੋ ਸਾਰੇ ਹੀ ਗੁਰੂ ਪਿਆਰੇ ਬੜੇ ਪਿਆਰ ਸਹਿਤ ਸਦਕਾ ਉਸ ਮਾਲਕ ਨੇ ਤੁਹਾਨੂੰ ਆਵਾਜ਼ ਮਾਰੀ। ਸੋ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਗੁਰੂ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਸੋ ਗੁਰਮੁਖ ਪਿਆਰਿਓ, ਮਾਲਕ ਅਕਾਲ ਪੁਰਖ ਵਾਹਿਗੁਰੂ ਨੇ ਜੋ ਖੇਡ ਬਣਾਇਆ, ਨਾਲ ਦੀ ਨਾਲ ਉਸ ਪਿਤਾ ਮਾਲਕ ਨੇ ਜਿਸ ਲੋਕ ਤੇ ਇਹ ਜੀਵ ਖੇਲਣ ਆਇਆ, ਉਹਦੇ ਤੇ ਆਪਣੇ ਬੱਚਿਆਂ ਨੂੰ ਵੀ ਭੇਜਿਆ। ਉਹ ਬੱਚੇ ਜਿਹੜੇ ਖੇਲ ਜਾਣ ਕੇ ਆਏ, ਖੇਲ ਨੂੰ ਸਮਝ ਕੇ ਆਏ,
ਖੇਲ ਸਾਨੂੰ ਜੀਵਾਂ ਨੂੰ ਵੀ ਸਮਝਾਇਆ ਗਿਆ, ਸਾਰੇ ਜੀਵਾਂ ਨੂੰ ਸਮਝਾਇਆ ਗਿਆ। ਪਰ ਜਿਵੇਂ ਹੀ ਨਾਮ ਨਾਲੋਂ ਟੁੱਟ ਕੇ ਸਾਡੀ ਲਿਵ ਪਾਉਣ ਦੇ ਨਾਲ ਜੁੜੀ, ਜੋ ਗੁਰਬਾਣੀ ਗੁਰੂ ਮਹਾਰਾਜ ਸਮਝਾ ਰਹੇ, ਪਵਨ ਪਰੋਇਆ ਸਗਲ ਅਕਾਰਾ, ਜਿਵੇਂ ਹੀ ਪਾਉਣ ਦੇ ਵਿੱਚ ਪਰੋਇਆ ਗਿਆ ਤਾਂ ਪਾਉਣ ਦੇ ਚੱਲਣ ਦੇ ਨਾਲ ਜੋ ਸੁਰਾਂ ਦਾ, ਜੋ ਸਵਾਸਾਂ ਦਾ ਸੰਤੁਲਨ ਸੀ ਉਹ ਵਿਗੜ ਗਿਆ ਤੇ ਮਾਲਕ ਦਾ ਜੋ ਦੁਆਰ ਹੈ, ਮਾਲਕ ਦਾ ਘਰ ਹੈ, ਨਿਜ ਘਰ ਹੈ, ਉਹਦਾ ਦਰ ਜੋ ਹੈ ਉਹ ਬੰਦ ਹੋ ਗਿਆ, ਕਿਉਂਕਿ ਸੰਤੁਲਨ ਵਿਗੜ ਗਿਆ ਪਾਉਣ ਦੇ ਨਾਲ। ਜਿਵੇਂ ਹੀ ਇਹ ਮਨ ਨੂੰ ਜੋੜਿਆ ਗਿਆ, ਪਰ ਇਸ ਜੀਵ ਨੇ ਸੋਝੀ ਲੈਣੀ ਸੀ। ਹੁਣ ਮਾਲਕ ਅਕਾਲ ਪੁਰਖ ਵਾਹਿਗੁਰੂ ਨੇ ਐਸੇ ਜੀਵ, ਐਸੇ ਆਪਣੇ ਆਗਿਆਕਾਰੀ ਬੱਚੇ ਸੰਸਾਰ ਤੇ ਭੇਜੇ, ਔਰ ਸਰੀਰਕ ਰੂਪ ਦੇ ਵਿੱਚ ਭੇਜੇ ਤਾਂ ਕਿ ਇਸ ਜੀਵ ਦੇ ਮਨ ਦੇ ਵਿੱਚ ਭੁਲੇਖਾ ਨਾ ਰਵੇ, ਕਿਉਂਕਿ ਜੋ ਮਾਲਕ ਦੀ ਭਾਸ਼ਾ ਹੈ, ਬ੍ਰਹਮ ਦੀ ਭਾਸ਼ਾ ਹੈ, ਉਹ ਸਿੱਧੀ ਇਸ ਜੀਵ ਨੂੰ ਸਮਝ ਨਹੀਂ ਆ ਸਕਦੀ। ਹੁਣ ਕੋਈ ਰਸਤੇ 'ਚ ਜਾਂਦਾ, ਅਗਰ ਸਾਨੂੰ ਜੀਵ ਮਿਲਦਾ ਹੈ, ਉਹਨੂੰ ਰੋਕ ਕੇ ਕਹਿ ਦਿਓ ਜੀ ਤੁਹਾਡੇ ਸਾਹਮਣੇ ਸੱਚ ਹੈ, ਮਾਲਕ ਹੈ, ਪਿਤਾ ਹੈ, ਉਹ ਨਹੀਂ ਮੰਨੇਗਾ। ਕਿਵੇਂ ਮੰਨੇਗਾ? ਸੋ ਗੁਰਮੁਖ ਪਿਆਰਿਓ, ਸੱਚ ਅਕਾਲ ਪੁਰਖ ਵਾਹਿਗੁਰੂ ਜੁਗਾਂ ਜੁਗੰਤਰਾਂ ਤੋਂ ਹੈ, ਆਪਾਂ ਸਾਰੇ ਗੁਰਬਾਣੀ ਵਿੱਚ ਪੜ੍ਹਦੇ ਹਾਂ। ਪਰ ਉਸ ਸੱਚ ਪਿਤਾ ਅਕਾਲ ਪੁਰਖ ਵਾਹਿਗੁਰੂ ਤੇ ਭਰੋਸਾ ਬਣਾਉਣ ਲਈ ਇੱਕ ਟੀਚਰ ਚਾਹੀਦਾ ਹੈ, ਇੱਕ ਸਾਨੂੰ ਜਨਾਉਣ ਵਾਲਾ ਚਾਹੀਦਾ ਹੈ। ਪਰ ਗੁਰਬਾਣੀ ਗੁਰੂ ਮਹਾਰਾਜ ਸਾਨੂੰ ਸਮਝਾ ਦਿੱਤਾ ਹੈ ਕਿ ਜੁਗਾਂ ਜੁਗੰਤਰਾਂ ਤੋਂ ਮਾਲਕ ਨੇ ਭਗਤ ਪੈਦਾ ਕੀਤੇ, ਪਰ ਉਹਨਾਂ ਭਗਤਾਂ ਤੇ ਉਲਝਣਾਂ ਵੀ ਆਈਆਂ ਤੇ ਉਹ ਮਾਲਕ ਨੇ ਆਪ ਉਹ ਗੁਰਮੁਖਾਂ ਨੂੰ ਹੱਥ ਦੇ ਕੇ ਰੱਖਿਆ। ਜੋ ਮਹਾਰਾਜ ਫਰਮਾਉਣ ਲੱਗੇ, ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆ ਰਾਮ ਰਾਜੇ, ਹਰਨਾਕ ਦੁਸ਼ਟ ਮਾਰਿਆ ਪ੍ਰਹਲਾਦ ਤਰਾਇਆ, ਅਹੰਕਾਰੀਆਂ ਨੇ ਦਿਖਾ ਪਿੱਟ ਦੇ, ਨਾਮ ਦੇਉ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਸੋ ਗੁਰਮੁਖ ਪਿਆਰਿਓ, ਐਸੇ ਜੋ ਬੱਚੇ ਆਗਿਆਕਾਰੀ ਬੱਚੇ ਆਏ ਤਾਂ ਉਹਨਾਂ ਨੂੰ ਨਾਮ ਦੇ ਨਾਲੋਂ ਵਿਛੋੜਿਆ ਨਹੀਂ ਗਿਆ, ਕਿਉਂਕਿ ਉਹਨਾਂ ਨੇ ਖੇਲ ਸਮਝਾਉਣਾ ਸੀ। ਮਾਲਕ ਅਕਾਲ ਪੁਰਖ ਵਾਹਿਗੁਰੂ ਨੇ ਆਪ ਉਹਨਾਂ ਦੀ ਰਸਨਾ ਤੋਂ ਵਰਤਣਾ ਸੀ। ਜੋ ਮਾਰਾ ਭੇਦ ਦੇ ਰੇ ਪ੍ਰਭ ਜੀ ਬਸੈ, ਸਾਧ ਕੀ ਰਸਨਾ, ਨਾਨਕ ਜਨ ਕਾ ਦਾਸ ਬਸੈ। ਸੋ ਮਾਲਕ ਨੇ ਉਹਨਾਂ ਦੀ ਰਸਨਾ ਤੋਂ ਵਰਤਣਾ ਸੀ ਤੇ ਉਹਨਾਂ ਐਸੇ ਜੀਵਾਂ ਦੀ ਡਿਊਟੀ ਲੱਗਦੀ ਹੈ। ਔਰ ਇਹ ਜੋ ਜੀਵ ਹੈ, ਜਿਸ ਦਾ ਆਪਣੇ ਆਪ ਦੇ ਵਿੱਚ ਕੁਝ ਵੀ ਨਹੀਂ ਹੈ, ਤਾਂ ਇਹ ਸਿਰਫ ਨਾਮ ਦੇ ਆਸਰੇ ਟਿਕਿਆ ਹੋਇਆ ਹੈ। ਇਹ ਸਾਰਾ ਸੰਸਾਰ ਵੀ ਨਾਮ ਦੇ ਆਸਰੇ ਟਿਕਿਆ ਹੈ, ਜੋ ਗੁਰਬਾਣੀ ਗੁਰੂ ਮਹਾਰਾਜ ਫਰਮਾ ਰਹੇ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਮ। ਹੁਣ ਜਦੋਂ ਇਹ ਜੀਵ ਸੰਸਾਰ ਤੇ ਆ ਹੀ ਗਿਆ, ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਆਵਾਜ਼ ਨੂੰ ਭੁੱਲ ਗਿਆ, ਜੋ ਚਾਰ ਪਦਾਰਥ ਲੈ ਕੇ ਆਇਆ ਸੀ, ਅਰਥ, ਧਰਮ, ਕਾਮ ਤੇ ਨਾਮ। ਨਾਮ ਜੋ ਹੈ ਮੋਖ ਦੇ ਹੱਟ ਤੇ ਮਿਲਣਾ ਹੈ। ਕੁਝ ਗੁਰਮੁਖ ਅਰਥ, ਧਰਮ, ਕਾਮ ਤੇ ਮੋਖ ਦਾ ਹੱਟ ਵੀ ਆਖਦੇ ਆ, ਹਾਂਜੀ। ਸੋ ਇਹ ਲੈ ਕੇ ਆਇਆ ਹੈ ਇਹ ਮਨ, ਔਰ ਉਹ ਨਾਮ ਨੂੰ ਭੁੱਲ ਗਿਆ। ਗੁਰਬਾਣੀ ਗੁਰੂ ਮਹਾਰਾਜ ਸਮਝਾਉਣ ਲੱਗੇ, ਕੀ ਕਹਿ ਰਹੇ ਗੁਰਬਾਣੀ ਦੇ ਵਿੱਚ ਮਹਾਰਾਜ? ਚਾਰ ਪਦਾਰਥ ਲੈ ਜਗ ਆਇਆ, ਸ਼ਿਵ ਸ਼ਕਤੀ ਕਰਵਾਸਾ ਪਾਇਆ, ਏਕ ਵਿਸਾਰੇ ਤਾਂ ਪਿੜਹਾਰੇ, ਅੰਧਲੇ ਨਾਮ ਵਿਸਾਰਾ ਹੈ। ਸੋ ਪਹਿਲੇ ਪਹਿਲ ਤਾਂ ਇਸ ਜੀਵ ਨੂੰ ਇਹ ਨਹੀਂ ਪਤਾ ਲੱਗਿਆ ਕਿ ਪਿੜ ਕਿਹੜਾ ਹੈ, ਕਿਹੜੇ ਪਦਾਰਥ ਮੈਂ ਲੈ ਕੇ ਆਇਆ ਹਾਂ, ਔਰ ਕਿਹੜਾ ਮੈਨੂੰ ਵਿਸਰ ਗਿਆ ਹੈ, ਔਰ ਨਾਮ ਨੂੰ ਵਿਸਾਰ ਦਿੱਤਾ। ਤਾਂ ਮਹਾਰਾਜ ਸਮਝਾਉਣ ਲੱਗੇ, ਜੇਕਰ ਇਹ ਨਾਮ ਨੂੰ ਵਿਸਾਰਿਆ ਰਹੇਗਾ, ਭੁੱਲਿਆ ਰਹੇਗਾ, ਤਾਂ ਇਸ ਸੰਸਾਰ ਦਾ ਜਿਹੜਾ ਆਉਣਾ, ਇਸ ਦਾ ਜਾਣਾ ਚੱਲਦਾ ਰਹੇਗਾ। ਕਿਉਂਕਿ ਇਹ ਜੋ ਮਨੁੱਖਾ ਦੇਹੀ ਹੈ, ਬਾਰ-ਬਾਰ ਨਹੀਂ ਮਿਲਣੀ। ਜੋ ਮਹਾਰਾਜ ਫਰਮਾ ਰਹੇ, ਫਿਰ ਮਿਲਣ ਨਾ ਪਾਏ, ਜੰਮੈ ਤੇ ਮਰ ਜਾਏ। ਬਾਰ-ਬਾਰ ਨਹੀਂ ਮਿਲਣੀ ਪਿਆਰੇ। ਤੇ ਮਹਾਰਾਜ ਸਮਝਾਉਣ ਲੱਗੇ, ਬੜੇ ਯੁੱਗਾਂ ਤੋਂ ਬਾਅਦ ਇਹ ਸਾਨੂੰ ਮੌਕਾ ਮਿਲਿਆ, ਚਾਂਸ ਮਿਲਿਆ, ਤੇ ਕਿਉਂ ਨਾ ਅਸੀਂ ਸਿਮਰਨ ਕਰਕੇ ਉਸ ਮਾਲਕ ਪਿਤਾ ਨੂੰ ਮਿਲ ਲਈਏ। ਤੇ ਮਹਾਰਾਜ ਫਰਮਾ ਰਹੇ, ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇ ਲਈ ਨਾਨਕ ਕਹਿਤ ਮਿਲਣ ਕੀ ਬਰੀਆ, ਸਿਮਰਤ ਕਹਾ ਨਹੀਂ। ਸੋ ਹੁਣ ਐਸਾ ਜੀਵ ਚਾਹੀਦਾ ਹੈ, ਐਸਾ ਪਾਂਧਾ ਚਾਹੀਦਾ ਹੈ, ਪੜ੍ਹਾਉਣ ਵਾਲਾ ਟੀਚਰ ਚਾਹੀਦਾ ਹੈ,
ਜਿਸ ਨੂੰ ਨਾਮ ਦਾ ਖੁਦ ਨੂੰ ਵੀ ਭੇਦ ਹੋਵੇ ਔਰ ਸਾਨੂੰ ਵੀ ਭੇਦ ਦੇ ਸਕੇ, ਕਿਉਂਕਿ ਨਾਮ ਤੋਂ ਹੀ ਇਹ ਜੀਵ ਭੁੱਲ ਗਿਆ ਹੈ, ਵਿਸਰ ਗਿਆ ਹੈ ਔਰ ਇਸ ਦਾ ਜੋ ਵਜੂਦ ਹੈ ਉਹ ਨਾਮ ਹੈ। ਔਰ ਨਾਮ ਉਹ ਬੰਦ ਹੈ, ਉਹ ਰਸਤਾ ਹੈ ਜਿਹਦੇ ਦੁਆਰਾ ਇਹ ਆਪਣੇ ਘਰ ਵਾਪਸ ਜਾ ਸਕਦਾ ਹੈ। ਜੇਕਰ ਨਾਮ ਤਾਂ ਵਿੱਚ ਨਹੀਂ ਸਮਾਉਂਦਾ, ਨਾਮ ਨੂੰ ਨਹੀਂ ਸੁਣਦਾ, ਨਾਮ ਦੀ ਪ੍ਰਾਪਤੀ ਨਹੀਂ ਹੁੰਦੀ, ਘਰ ਜਾ ਨਹੀਂ ਸਕਦਾ। ਤੇ ਮਹਾਰਾਜ ਕਹਿੰਦੇ ਵੀ ਐਸੇ ਜੀਵਾਂ ਨੂੰ ਪੁੱਛ ਲਓ ਜਿਹੜੇ ਮੇਰੇ ਇਸ ਸੰਸਾਰ ਤੇ ਭੇਜੇ ਹੋਏ ਆਗਿਆਕਾਰੀ ਬੱਚੇ ਨੇ, ਸਬੂਤ ਨੇ, ਉਹਨਾਂ ਨੂੰ ਪੁੱਛ ਲਓ ਜਿਹੜੇ ਇਸ ਸੰਸਾਰ ਤੇ ਵਿਚਰਦਿਆਂ ਹੋਇਆਂ ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਅਦਿੱਖ ਦੇ ਚਾਕਰ ਹੋ ਕੇ ਵਿਚਰ ਰਹੇ ਆ, ਨੌਕਰ ਬਣ ਕੇ ਵਿਚਰ ਰਹੇ ਆ। ਜੋ ਮਹਾਰਾਜ ਫਰਮਾ ਰਹੇ, ਨਾਮੋਂ ਭੋਲੀ ਜੇ ਫਿਰ ਆਵੋ ਜਾਓ, ਪੁੱਛੋ ਜਾਏ ਪਧਾਵਾਂ ਚੱਲੇ ਚਾਕਰ ਹੋਏ। ਕਹਿੰਦੇ ਐਸੇ ਗੁਰਮੁਖਾਂ ਨੂੰ ਫਿਰ ਪੁੱਛ ਲਓ ਕਿ ਜੇਕਰ ਅਸੀਂ ਸੰਸਾਰ ਤੇ ਆ ਕੇ ਭੁੱਲ ਗਏ ਹਾਂ ਤਾਂ ਅਸੀਂ ਐਸੇ ਗੁਰਮੁਖਾਂ ਨੂੰ ਪੁੱਛ ਸਕਦੇ ਹਾਂ। ਤੇ ਫਿਰ ਸਭ ਤੋਂ ਪਹਿਲਾਂ ਅਸੀਂ ਪਹਿਚਾਣ ਕਰਨੀ ਹੈ। ਪਰ ਜਿਵੇਂ ਹੀ ਇਹ ਜੀਵ ਸੰਸਾਰ ਤੇ ਜੁੜਿਆ, ਸੰਸਾਰ ਤੇ ਵਿਚਰਦਿਆਂ ਹੋਏ ਇਸਨੇ ਆਪਣੀ ਮੱਤ ਵਰਤੀ। ਮੱਤ ਵਰਤਦਿਆਂ ਹੋਇਆਂ ਗੁਰਮੁਖ ਪਿਆਰਿਓ ਆਪਾਂ ਸੰਸਾਰ ਤੇ ਵਿਚਰਦਿਆਂ ਦੇਖਦੇ ਹਾਂ, ਪ੍ਰੈਕਟੀਕਲ ਨਾ ਕਰਨ ਕਰਕੇ, ਗੁਰਬਾਣੀ ਗੁਰੂ ਮਹਾਰਾਜ ਨੂੰ ਪ੍ਰੋਪਰ ਨਾ ਸਮਝਣ ਕਰਕੇ, ਪੂਰਾ ਨਾ ਸੁਣਨ ਕਰਕੇ ਇਹ ਜੀਵ ਆਖਦਾ ਹੈ ਕਿ ਜੋ ਗੁਰੂ ਹੈ, ਜੋ ਟੀਚਰ ਹੈ, ਉਹ ਦੇਹਧਾਰੀ ਨਹੀਂ ਹੋਣਾ ਚਾਹੀਦਾ। ਤੇ ਗੁਰਮੁਖ ਪਿਆਰਿਓ, ਸਾਨੂੰ ਆਪਣੇ ਆਪ ਦਾ ਪਤਾ ਨਹੀਂ ਹੈ ਕਿ ਅਸੀਂ ਕੌਣ ਆ, ਸਾਡਾ ਮਨ ਕਿੱਥੋਂ ਪੈਦਾ ਹੋਇਆ, ਇਸ ਜੀਵ ਨੂੰ ਇਹ ਸੋਝੀ ਨਹੀਂ ਹੈ, ਸਰੀਰ ਕਿੱਥੋਂ ਪੈਦਾ ਹੋਇਆ। ਆਪਣਾ ਸਲਾਹ ਦੇਣੀ ਸ਼ੁਰੂ ਕਰ ਦਿੱਤੀ, ਸਾਡਾ ਆਪਣੇ ਆਪ ਦੇ ਵਿੱਚ ਕੁਝ ਨਹੀਂ ਆ, ਅਸੀਂ ਸਲਾਹਾਂ ਦੇਣੀਆਂ ਪਹਿਲਾਂ ਸ਼ੁਰੂ ਕਰ ਦਿੱਤੀਆਂ ਕਿ ਇਸ ਤਰ੍ਹਾਂ ਹੋਣਾ ਚਾਹੀਦਾ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਪਰ ਗੁਰਬਾਣੀ ਗੁਰੂ ਮਹਾਰਾਜ ਦੇ ਵਿੱਚੋਂ ਜਦੋਂ ਅਸੀਂ ਜੀਵ ਸਾਰਾ ਸੰਸਾਰ ਦੇਖਦੇ ਹਾਂ ਕਿ ਗੁਰਮੁਖ ਕੋਈ ਕੋਈ ਆਪਣੇ ਜੋ ਉਸ ਨੂੰ ਸਹੀ ਲੱਗਦਾ ਹੈ, ਗੁਰਬਾਣੀ ਦੇ ਵਿੱਚੋਂ ਸਿਰਫ ਉਹਨਾਂ ਪੁਆਇੰਟਾਂ ਨੂੰ ਮੰਨਦਾ ਹੈ, ਸਤਿਗੁਰੂ ਦੀ ਨਹੀਂ ਮੰਨਦਾ। ਜੋ ਜੋ ਉਸ ਨੂੰ ਚੰਗਾ ਲੱਗਦਾ ਹੈ, ਜੋ ਜੋ ਉਹਦੀ ਇੱਛਾ ਦੇ ਮੁਤਾਬਕ ਹੈ, ਉਹਨੂੰ ਮੰਨਦਾ ਹੈ। ਸਤਿਗੁਰੂ ਸ਼੍ਰੀ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਹੀਂ ਮੰਨਦਾ। ਸੋ ਗੁਰਮੁਖ ਪਿਆਰਿਓ, ਸਾਨੂੰ ਕਲੀਅਰ ਕਰ ਦਿੱਤਾ ਕਿ ਜੋ ਸਤਿਗੁਰੂ ਸ਼੍ਰੀ ਗ੍ਰੰਥ ਸਾਹਿਬ ਮਹਾਰਾਜ ਨੇ, ਉਹਨਾਂ ਨੂੰ ਸਤਿਗੁਰੂ ਦਾ ਖਿਤਾਬ ਹੈ, ਉਹ ਪ੍ਰਿੰਸੀਪਲ ਨੇ। ਜਿਸ ਤਰ੍ਹਾਂ ਪ੍ਰਿੰਸੀਪਲ ਦੇ ਅੱਗੇ ਟੀਚਰ ਹੁੰਦੇ ਨੇ, ਸਟਾਫ ਰੱਖਿਆ ਹੁੰਦਾ ਹੈ ਹਾਂਜੀ, ਔਰ ਉਹ ਪ੍ਰਿੰਸੀਪਲ ਦੀ ਆਗਿਆ ਦੇ ਵਿੱਚ ਰਹਿ ਕੇ ਉਸ ਟੀਚਰ ਨੇ ਚੱਲਣਾ ਹੁੰਦਾ ਹੈ। ਤੇ ਗੁਰਮੁਖ ਪਿਆਰਿਓ, ਸੰਸਾਰ ਦੇ ਵਿੱਚ ਵਿਚਰਦੇ ਹਾਂ, ਆਪਾਂ ਦੇਖਦੇ ਹਾਂ ਬੱਚਿਆਂ ਨੂੰ ਸਕੂਲ ਭੇਜਦੇ ਹਾਂ ਕਿ ਉਹ ਜੋ ਟੀਚਰ ਪੜ੍ਹਾ ਰਿਹਾ ਉਹ ਦੇਹਧਾਰੀ ਨਹੀਂ ਹੈ, ਕਿ ਉਹ ਦੇਹ ਦੇ ਵਿੱਚ ਨਹੀਂ ਹੈ, ਸਰੀਰ ਦੇ ਵਿੱਚ ਨਹੀਂ ਹੈ। ਕੋਈ ਗੁਰਮੁਖ ਪਿਆਰਾ ਮਕੈਨਿਕ ਦਾ ਕੋਈ ਕੰਮ ਸਿੱਖਦਾ ਹੈ, ਮੋਟਰ ਵਰਕ ਸਿੱਖਦਾ ਹੈ, ਕਿ ਉਹ ਜਿਹੜੇ ਆਪਣੇ ਉਸਤਾਦ ਕੋਲੇ ਜਾ ਰਿਹਾ ਉਹ ਦੇਹਧਾਰੀ ਨਹੀਂ ਹੈ। ਸੋ ਇਸ ਤਰ੍ਹਾਂ ਸੰਸਾਰ ਤੇ ਵਿਚਰਦਿਆਂ ਜੀਵਾਂ ਨੇ ਆਪਣੀ ਮੱਤ ਅਪਣਾਈ, ਗੁਰਬਾਣੀ ਗੁਰੂ ਦੀ ਮੱਤ ਨਹੀਂ ਲਈ। ਗੁਰਬਾਣੀ ਗੁਰੂ ਦੀ ਮੱਤ ਨਾ ਲੈਣ ਕਰਕੇ ਆਪਣੀ ਮੱਤ ਅਪਣਾਈ ਤੇ ਇਹ ਠੱਪਾ ਲਾ ਦਿੱਤਾ, ਟੈਗ ਲਾ ਦਿੱਤਾ ਕਿ ਜੋ ਗੁਰੂ ਹੈ ਉਹ ਦੇਹ ਦੇ ਵਿੱਚ ਨਹੀਂ ਹੋਏਗਾ, ਜੋ ਟੀਚਰ ਹੈ, ਜੋ ਸਿਖਾਉਣ ਵਾਲਾ ਹੈ, ਉਹ ਦੇਹ ਦੇ ਵਿੱਚ ਨਹੀਂ ਹੋਏਗਾ। ਤੇ ਗੁਰਮੁਖ ਪਿਆਰਿਓ, ਜਿਸ ਤਰ੍ਹਾਂ ਆਪਾਂ ਪਹਿਲਾਂ ਵਿਚਾਰ ਕੀਤੀ ਹੈ ਕਿ ਮਾਲਕ ਅਕਾਲ ਪੁਰਖ ਵਾਹਿਗੁਰੂ, ਜਿੰਨੇ ਵੀ ਗੁਰਮੁਖ ਇਸ ਮਾਲਕ ਦੇ ਰਸਤੇ ਤੇ ਚੱਲ ਰਹੇ ਨੇ, ਜੁੜਦੇ ਨੇ, ਉਹਨਾਂ ਨੂੰ ਮਾਲਕ ਸੱਚ ਦੇ ਵਿੱਚੋਂ ਕੁਛ ਨਾ ਕੁਛ ਜਣਾਉਂਦੇ ਨੇ। ਜਿਸ ਤਰ੍ਹਾਂ ਬਹੁ ਗਿਣਤੀ ਜੋ ਗੁਰਮੁਖ ਨੇ, ਜਦੋਂ ਸੰਗਤ ਹੁੰਦੀ ਹੈ ਜਾਂ ਆਪਾਂ ਵੀ ਗੁਰਮੁਖ ਪਿਆਰਿਓ, ਜਿੱਥੇ ਜਿੱਥੇ ਵੀ ਜਿਹੜਾ ਗੁਰਮੁਖਾਂ ਨੂੰ ਮਿਲਦਾ, ਜਿਹੜੇ ਗੁਰਮੁਖ ਭੇਜ ਦੇ ਰਹੇ, ਉਹਨੂੰ ਪੁੱਛਿਆ ਜਾਂਦਾ ਕਿ ਜੀ ਤੁਹਾਨੂੰ ਇਸ ਤਰ੍ਹਾਂ ਦੀ ਆਵਾਜ਼ ਕਦੇ ਪਹਿਲਾਂ ਸੁਣੀ? ਅਨਹਦ ਬਾਣੀ ਜੋ ਤੇਜ ਇੱਕ ਤਿੱਖੀ ਆਵਾਜ਼ ਆਉਂਦੀ ਹੈ, ਤੇ ਹਾਂਜੀ ਅੱਗੇ ਜਵਾਬ ਆਉਂਦਾ, ਹਾਂਜੀ ਸੁਣਦੀ ਹੈ, ਕਈ ਵਾਰ ਅੱਗੇ ਸੁਣੀ ਹੈ। ਤੇ ਗੁਰਮੁਖ ਪਿਆਰਿਓ, ਬ੍ਰਹਮ ਦੀ ਭਾਸ਼ਾ ਦੇ ਵਿੱਚ ਮਾਲਕ ਨੇ ਸਿੱਧਾ ਉਸ ਜੀਵ ਨੂੰ ਸਮਝਾਇਆ ਕਿ ਸਾਨੂੰ ਸਮਝ ਆਇਆ, ਅਸੀਂ ਇਗਨੋਰ ਕਰ ਦਿੱਤਾ ਵੀ ਇਹ ਆਵਾਜ਼ ਕਿੱਥੋਂ ਆ ਰਹੀ ਹੈ, ਠੀਕ ਆ ਰਹੀ ਹੈ ਤੇ ਆ ਰਹੀ ਹੈ, ਅਸੀਂ ਇਗਨੋਰ ਕਰ ਦਿੱਤਾ। ਸੋ ਜਿੰਨਾ ਸਮਾਂ ਗੁਰਮੁਖ ਜੋ ਜੀਵ ਸਰੀਰਕ ਰੂਪ ਹੋ ਕੇ ਸਾਨੂੰ ਉਹਦੀ ਪਹਿਚਾਣ ਨਹੀਂ ਕਰਵਾਉਂਦਾ, ਤਾਂ ਉਹਨਾਂ ਸਮਾਂ ਇਸ ਜੀਵ ਨੂੰ
ਭਰੋਸਾ ਕਿਸ ਤਰ੍ਹਾਂ ਆਏਗਾ। ਪਰ ਆਪਣੀ ਮਤ ਨਹੀਂ ਛੱਡਣਾ ਚਾਹੁੰਦਾ। ਗੁਰਬਾਣੀ ਗੁਰੂ ਮਹਾਰਾਜ ਸਾਨੂੰ ਸਮਝਾ ਦਿੱਤਾ ਕਿ ਉਹ ਜੋ ਮਾਲਕ ਦਾ ਨਾਮ ਹੈ ਅਨਹਦ ਬਾਣੀ ਹੈ, ਉਸ ਪਿਤਾ ਦੀ ਆਵਾਜ਼ ਹੈ, ਉਹ ਸਹਿ ਧੁਨ ਹੈ, ਤੇਰਾ ਮੁਖ ਸੁਹਾਵਾ ਜਿਉ ਸਹਿ ਧੁਨ ਬਾਣੀ। ਫਿਰ ਅੱਗੇ ਮਹਾਰਾਜ ਸਾਨੂੰ ਹੋਰ ਵੀ ਸੌਖਾ ਕਰਕੇ ਸਮਝਾਉਣ ਲੱਗੇ। ਮਹਾਰਾਜ ਫਰਮਾਰੇ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ। ਸਿਮਰਤ ਸ਼ਾਸਤਰਾਂ ਦੇ ਵਿੱਚ ਦੱਸ ਦਿੱਤਾ ਗਿਆ ਹੈ, ਪਰ ਅਗਰ ਜੀਵ ਉਹਨਾਂ ਨੂੰ ਪੜ੍ਹ ਕੇ ਮੰਨੇਗਾ ਤਾਂ ਹੀ ਹੈ। ਔਰ ਸੰਸਾਰ ਤੇ ਵਿਚਰਦਿਆਂ ਹੋਇਆਂ ਆਪਣੀਆਂ ਮਤ ਨੂੰ ਵਰਤਦਾ ਹੋਇਆ ਆਪਣੀ ਸੋਚ ਨੂੰ ਅਖਤਿਆਰ ਕਰਦਾ ਹੈ। ਹਾਲਾਂਕਿ ਆਪਣਾ ਵਜੂਦ ਨਹੀਂ ਪਹਿਚਾਣ ਸਕਿਆ, ਆਪਣੇ ਆਪ ਦਾ ਪਤਾ ਨਹੀਂ ਆ ਕਿ ਮੈਂ ਹੈ ਕੀ ਆ, ਆਪਣੀ ਸਿਆਣਪ ਵਰਤਦਾ ਹੈ। ਤੇ ਗੁਰਬਾਣੀ ਗੁਰੂ ਮਹਾਰਾਜ ਸਮਝਾਉਣ ਲੱਗੇ ਕਿ ਤੂੰ ਇੱਕ ਮਨ ਹੈ, ਜੇਕਰ ਤੂੰ ਆਪਣੇ ਆਪ ਦੀ ਪਹਿਚਾਣ ਨਹੀਂ ਕਰੇਗਾ ਤਾਂ ਲੱਖ ਸਿਆਣਪਾਂ ਵਰਤੀ ਜਾ, ਤੇਰੀ ਜਿਹੜੀ ਇੱਜ਼ਤ ਆ, ਤੇਰੀ ਪੱਤ ਆ, ਉਹ ਟੱਕੀ ਨਹੀਂ ਜਾਣੀ, ਇਹਨਾਂ ਨੇ ਤੈਨੂੰ ਬੇਪੱਤ ਕਰਕੇ ਲੈ ਕੇ ਜਾਣਾ। ਮਹਾਰਾਜ ਸਮਝਾਉਣ ਲੱਗੇ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ, ਮੈਂ ਮਨ ਤੇਰੀ ਟੇਕ, ਅਵਰ ਸਿਆਣਪਾਂ ਬਿਰਥੀਆਂ ਰਾਖਣ ਕੋ ਤੁਮ ਏਕ। ਕਹਿੰਦੇ ਸਿਰਫ ਇੱਕ ਮਾਲਕ ਅਕਾਲ ਪੁਰਖ ਵਾਹਿਗੁਰੂ ਸੀ, ਪਰ ਉਹਦੇ ਨਾਲ ਜੋੜਨਾ ਕਿਹਨੇ ਸੀ? ਜਿੰਨ ਜੋੜਨਾ ਸੀ ਉਹਦੇ ਤੇ ਭਰੋਸਾ ਨਹੀਂ ਕੀਤਾ। ਗੁਰਮੁਖ ਨੂੰ, ਜੀਵ ਨੂੰ ਸੰਸਾਰ ਤੇ ਵਿਚਰਦਿਆਂ ਹੋਇਆਂ ਜੋ ਪੂਰਾ ਟੀਚਰ ਹੈ, ਜੋ ਸਮਰੱਥ ਹੈ, ਉਹਦੀ ਪਰਖ ਨਹੀਂ ਕਰਨੀ ਆਈ। ਉਲਟਾ ਇਹ ਵਿਚਾਰ ਦੇ ਦਿੱਤਾ, ਨਹੀਂ ਜੀ ਅਸੀਂ ਗੁਰੂ ਧਾਰੀ ਜੋ ਦੇਹਧਾਰੀ ਹੈ ਉਹਨੂੰ ਨਹੀਂ ਪੂਜਣਾ। ਤੇ ਗੁਰਬਾਣੀ ਗੁਰੂ ਮਹਾਰਾਜ ਦੇ ਵਿੱਚ ਗੁਰਮੁਖ ਪਿਆਰੇ ਜੋ ਪੂਰਾ ਹੋਏਗਾ, ਜੋ ਸਮਰੱਥ ਹੋਏਗਾ, ਉਹ ਆਪਣੇ ਆਪ ਦੀ ਪੂਜਾ ਕਰਵਾਏਗਾ ਹੀ ਨਹੀਂ, ਉਹ ਕਿਹਦੀ ਪੂਜਾ ਕਰਾਏਗਾ? ਮਾਲਕ ਦੀ। ਤੇ ਕਿਹਦਾ ਭੇਦ ਦੇਏਗਾ? ਨਾਮ ਦਾ। ਤੇ ਮਹਾਰਾਜ ਸਾਨੂੰ ਸਮਝਾ ਰਹੇ ਪੂਜਾ ਕੀਜੈ ਨਾਮ ਧਿਆਈਐ, ਬਿਨ ਨਾਵੈ ਪੂਜ ਨਾ ਹੋਈ। ਤੇ ਜਿਹੜਾ ਗੁਰਮੁਖ ਸਾਨੂੰ ਬਾਰ-ਬਾਰ ਨਾਮ ਦੀ ਗੱਲ ਕਰ ਰਿਹਾ ਹੈ, ਨਾਮ ਤੱਕ ਪਹੁੰਚਣ ਦੀ, ਨਾਮ ਦੇ ਮਿਲਾਪ ਦੀ ਗੱਲ ਕਰ ਰਿਹਾ ਹੈ, ਤੇ ਗੁਰਮੁਖ ਫਿਰ ਤਾਂ ਸਾਡਾ ਮਨ ਮੰਨਣਾ ਚਾਹੀਦਾ। ਤੇ ਗੁਰਬਾਣੀ ਗੁਰੂ ਮਹਾਰਾਜ ਸਾਨੂੰ ਸਮਝਾ ਰਹੇ ਕਿ ਟੀਚਰ ਕੌਣ ਹੈ? ਸਮਰੱਥ, ਜਿਹੜਾ ਉਹ ਪਿਤਾ ਦੇ ਨਾਲ ਮਿਲਾ ਦੇਵੇ, ਪਿਤਾ ਦੇ ਨਾਲ ਮਿਲਾਪ ਕਰਨ ਦਾ ਰਸਤਾ ਜ਼ਾਹਰ ਕਰ ਦੇਵੇ, ਕਲੀਅਰ ਕਰ ਦੇਵੇ, ਸੌਖਾ ਕਰਕੇ ਸਮਝਾ ਦੇਵੇ। ਤੇ ਮਹਾਰਾਜ ਸਮਝਾਉਣ ਲੱਗੇ ਹਮ ਸੁਖ ਪਾਇਆ ਤਾਂ ਸਭੈ ਸੁਹੇਲੇ, ਗੁਰ ਪੂਰੇ ਪਿਤਾ ਸੰਗ। ਤੇ ਫਿਰ ਐਸੇ ਗੁਰਮੁਖ ਨੂੰ ਵਡਿਆਈ ਮਿਲਦੀ ਹੈ ਉਸ ਮਾਲਕ ਦੇ ਘਰ ਦੇ ਵਿੱਚ, ਸੰਸਾਰ ਤੇ ਵੀ ਮਿਲਦੀ ਹੈ, ਲੋਕ ਤੇ ਵੀ ਮਿਲਦੀ ਹੈ, ਔਰ ਪਰਲੋਕ ਦੇ ਵਿੱਚ ਵੀ ਮਿਲਦੀ ਹੈ। ਜੋ ਗੁਰਬਾਣੀ ਗੁਰੂ ਮਹਾਰਾਜ ਫਰਮਾ ਰਹੇ ਸੋ ਧੰਨ ਗੁਰੂ ਸਾਬਾਸ ਹੈ ਜੋ ਹਰ ਦੇ ਸਨੇਹਾ। ਤੇ ਗੁਰਮੁਖ ਪਿਆਰੇ, ਜਿਹੜਾ ਗੁਰਮੁਖ ਸਾਨੂੰ ਹਰੀ ਦਾ, ਮਾਲਕ ਦਾ ਸਨੇਹਾ ਦੇ ਰਿਹਾ ਹੈ, ਜੇਕਰ ਮਾਲਕ ਉਸ ਨੂੰ ਸ਼ਾਬਾਸ਼ ਦਿੰਦਾ ਹੈ ਤਾਂ ਸਾਡੇ ਮਨ ਦੇ ਵਿੱਚ ਦੁਬਿਧਾ ਨਹੀਂ ਰਹਿਣੀ ਚਾਹੀਦੀ। ਹਾਂਜੀ, ਤੇ ਉਸ ਅਵਸਥਾ ਦੇ ਵਿੱਚ ਮਹਾਰਾਜ ਫਿਰ ਸਾਨੂੰ ਅੱਗੇ ਸਮਝਾਉਣ ਲੱਗੇ ਹਾਂ ਪੂਜ ਪੂਜ ਗੁਰ ਵਿਖਸਿਆ, ਗੁਰ ਸਤਿਗੁਰ ਦੇਹਾ। ਗੁਰਮੁਖੋ ਇੱਥੇ ਆਪਾਂ ਆਪ ਹੀ ਵਿਚਾਰ ਲੈਣਾ ਹੈ, ਗੁਰ ਸਤਿਗੁਰ ਦੇਹਾ, ਗੌਰ ਦੇ ਨਾਲ ਇਸ ਨੂੰ ਵਿਚਾਰਨਾ ਕਿ ਮਾਲਕ ਅਕਾਲ ਪੁਰਖ ਵਾਹਿਗੁਰੂ ਨੂੰ ਕਿੱਡੀ ਵੱਡੀ ਜੋ ਅਹੁਦਾ ਉਸ ਗੁਰਮੁਖ ਨੂੰ ਬਖਸ਼ ਦਿੰਦਾ ਹੈ। ਸੋ ਪਰ ਸੰਸਾਰ ਜਦੋਂ ਇਹ ਆਪਣੀ ਮੱਤ ਵਰਤਦਾ ਹੈ, ਬਹੁਤ ਸਿਆਣਪਾਂ ਜਿਹੜੀਆਂ ਆਪਦੀਆਂ ਵਰਤਦਾ ਹੈ, ਦ੍ਰਿਸ਼ਟਮਾਨ ਤੌਰ ਤੇ ਇਸ ਲੋਕ ਦੀ ਵਿਦਿਆ, ਗੁਰਬਾਣੀ ਗੁਰੂ ਮਹਾਰਾਜ ਦੇ ਦ੍ਰਿਸ਼ਟਮਾਨ ਅਰਥ ਤਾਂ ਬਾਹਰੀ ਗਿਆਨ ਦੇ ਨਾਲ ਬਹੁਤ ਉੱਚਾ ਹੋ ਜਾਂਦਾ ਹੈ, ਪਰ ਅੰਦਰ ਦੀ ਕਹਾਣੀ ਨੂੰ ਨਹੀਂ ਸਮਝ ਪਾਉਂਦਾ। ਇਸੇ ਤਰ੍ਹਾਂ ਹੀ ਗੁਰਮੁਖ ਪਿਆਰਿਓ, ਜਦੋਂ ਸੰਸਾਰ ਤੇ ਵਿਚਰਦੇ ਆ, ਕਿਸੇ ਜੀਵ ਦੇ ਨਾਲ ਗੁਰਮੁਖਾਂ ਦੀ ਵਿਚਾਰ ਹੁੰਦੀ ਹੈ, ਜਦੋਂ ਕੋਈ ਜੀਵ ਜਾਂਦਾ ਹੈ, ਜਿਸ ਜੀਵ ਨੇ ਆਪਣਾ ਜ਼ਿੰਦਗੀ ਦਾ ਬਹੁਤ ਸਮਾਂ ਵਿਅਰਥ ਗਵਾ ਲਿਆ, ਭੇਦ ਨਹੀਂ ਲਿਆ, ਮੱਥਾ ਟੇਕਣ ਤੱਕ ਸੀਮਤ ਰਹਿ ਗਿਆ, ਜੋ ਗੁਰਬਾਣੀ ਗੁਰੂ ਮਹਾਰਾਜ ਸਮਝਾ ਰਹੇ ਕਿ ਮਨ ਸ਼ੁੱਧ ਨਹੀਂ ਹੋਇਆ, ਵਿਚਾਰਾਂ ਤੋਂ ਰਹਿਤ ਨਹੀਂ ਹੋਇਆ, ਤਾਂ ਸੀਸ ਨਿਵਾਉਣ ਦੇ ਨਾਲ ਕੀ ਹੋਏਗਾ?
महाराज भेद दिता सीस नवाया क्या थी जर दिक सुधा जाए। उथे तक ही गुरमुख सीमित रह गया, जीव सीमित रह गया, भेद लिया नहीं है सब का। ਹਾਂਜੀ। ਸੋ ਭੇਦ ਤਾਂ ਹੀ ਆਏਗਾ ਗੁਰਮੁਖ ਪਿਆਰਿਓ, ਮਾਲਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪਿਆਰ ਤਾਂ ਹੀ ਪਏਗਾ ਇਸ ਮਨ ਦਾ, ਜੇਕਰ ਇਹ ਜੀਵ ਵਿਚਾਰਾਂ ਤੋਂ ਰਹਿਤ ਹੋਏਗਾ। ਬਾਰ-ਬਾਰ ਸਮਝਾਇਆ ਜਾਂਦਾ ਕਿ ਮਾਲਕ ਪਿਤਾ ਨੂੰ ਪਿਆਰ ਕਰਨਾ, ਅਕਾਲ ਪੁਰਖ ਵਾਹਿਗੁਰੂ ਨਾਲ ਪਿਆਰ ਪਾਉਣਾ, ਤੇ ਪਿਆਰ ਤਾਂ ਹੀ ਪਏਗਾ ਜੇਕਰ ਇਹ ਜੀਵ ਵਿਚਾਰਾਂ ਤੋਂ ਰਹਿਤ ਹੋਏਗਾ। ਸੋ ਆਓ ਫਿਰ ਗੁਰਮੁਖ ਪਿਆਰਿਓ ਆਪਾਂ ਫਿਰ ਉਸ ਮਾਲਕ ਦੀ ਯਾਦ ਵਿੱਚ ਜੁੜ ਬੈਠੀਏ। ਸਾਰੇ ਹੀ ਗੁਰਮੁਖ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਗੁਰੂ ਵਾਹਿਗੁਰੂ 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 Grow!
ਗੁਰੂ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜਿੰਨਾ ਸਮਾਂ ਜੀਵ ਸੋਚ ਹੀ ਨਹੀਂ ਲੈਂਦਾ, ਤਾਂ ਮਹਾਰਾਜ ਦੱਸਦੇ ਕਿ ਆਪਣਾ ਘਰ ਜਿਹੜਾ ਹੈ ਉਹਨੂੰ ਛੱਡ ਬੈਠਦਾ ਹੈ ਜੀ। ਘਰ ਕਿਹੜਾ ਸੀ? ਨਿੱਜ ਘਰ, ਥਿਰ ਘਰ, ਉਹਨੂੰ ਛੱਡ ਬੈਠਦਾ ਹੈ। ਤੇ ਗੁਰਬਾਣੀ ਗੁਰੂ ਮਹਾਰਾਜ ਉਸੇ ਤਰ੍ਹਾਂ ਸਮਝਾ ਰਹੇ ਨੇ, ਜਤੀ ਸਦਾਵੈ ਜੁਗਤ ਨ ਜਾਣੈ, ਛੱਡ ਬਹਿ ਘਰ ਬਾਰ। ਉਹ ਮਾਲਕ ਦਾ ਘਰ ਦੀ ਸੋਝ ਹੀ ਨਹੀਂ ਹੈ ਇਸ ਜੀਵ ਨੂੰ, ਤੇ ਉਹ ਛੱਡ ਬੈਠਦਾ ਹੈ। ਤੇ ਗੁਰਬਾਣੀ ਗੁਰੂ ਮਹਾਰਾਜ ਦੇ ਵਿੱਚ ਸਮਝਾ ਦਿੱਤਾ ਕਿ ਇਸਨੇ ਗੁਰੂ ਦੀ ਮੱਤ ਲੈਣੀ ਸੀ, ਔਰ ਗੁਰੂ ਦੀ ਮੱਤ ਦੇ ਵਿੱਚ ਗੁਰੂ ਨੇ ਸਮਝਾਉਣਾ ਸੀ ਕਿ ਇਸ ਮਨ ਨੇ ਭਗਤੀ ਕਿਵੇਂ ਕਰਨੀ ਹੈ। ਕਿਉਂਕਿ ਆਪਣੀ ਮੱਤ ਅਨੁਸਾਰ ਜੇ ਜਤੀ ਬਣਦਾ ਹੈ ਤਾਂ ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਾਪ ਨਹੀਂ ਹੋ ਸਕਦਾ। ਦ੍ਰਿਸ਼ਟਮਾਨ ਤੌਰ ਤੇ ਆਪਾਂ ਸੰਸਾਰ ਦੇ ਵਿੱਚ ਦੇਖਦੇ ਹਾਂ, ਸਰੀਰਕ ਰੂਪ ਦੇ ਵਿੱਚ ਇਹ ਜੀਵ ਕੋਸ਼ਿਸ਼ ਕਰਦਾ ਹੈ, ਮਨ ਤੌਰ ਤੇ ਵੀ ਕੋਸ਼ਿਸ਼ ਕਰਦਾ ਹੈ, ਪਰ ਜੇਕਰ ਗੁਰੂ ਦੀ ਮੱਤ ਨਹੀਂ ਲੈਂਦਾ ਤਾਂ ਡੁੱਬ ਜਾਏਗਾ। ਇਹ ਜੋ ਬੇੜਾ ਹੈ, ਜੇਕਰ ਇਹ ਨਾ ਬੰਨਿਆ ਗਿਆ ਸਮੇਂ ਤੇ ਗੁਰੂ ਪਿਆਰਿਓ, ਤਾਂ ਜੋ ਭਾਵਜਲ ਦੀਆਂ ਲਹਿਰਾਂ ਨੇ ਇਸ ਮਨ ਰੂਪੀ ਬੇੜੇ ਨੂੰ ਬਹੁਤ ਦੂਰ ਲੈ ਜਾਣਾ। ਇਸੇ ਕਰਕੇ ਗੁਰਬਾਣੀ ਗੁਰੂ ਮਹਾਰਾਜ ਸਮਝਾ ਰਹੇ, ਬੇੜਾ ਬੰਦ ਨਾ ਸਕਿਓ ਬੰਧਨ ਕੀ ਵੇਲਾ, ਭਾਰ ਤਰਵਰ ਜਾਗੋ ਚਲੈ ਤਬ ਤਰਨ ਦੁਹੇਲਾ। ਕਹਿੰਦੇ ਜਦੋਂ ਵਿਚਾਰਾਂ ਸਤੋ ਰਜੋ ਤਮੋ ਤਿੰਨੇ ਇਹ ਵਿਚਾਰ ਇਕੱਠੇ ਹੋਣਗੇ, ਕਹਿੰਦੇ ਉਸ ਸਮੇਂ ਇਸ ਮਨ ਦਾ ਭਵਜਲ ਦੇ ਵਿੱਚੋਂ ਨਿਕਲਣਾ ਬੜਾ ਮੁਸ਼ਕਲ ਹੋਵੇਗਾ। ਜੇਕਰ ਸਮਾਂ ਰਹਿੰਦਿਆਂ ਇਸ ਜੀਵ ਨੇ ਗੁਰੂ ਦੀ ਮੱਤ ਲੈ ਲਈ, ਗੁਰੂ ਦੀ ਮੱਤ ਲੈ ਕੇ ਫਿਰ ਅੱਗੇ ਉਸ ਤਰ੍ਹਾਂ ਪ੍ਰੈਕਟੀਕਲ ਕੀਤਾ, ਤਾਂ ਇਸ ਖੇਡ ਨੂੰ ਸਮਝ ਆਏਗਾ ਤੇ ਇਸ ਖੇਡ ਨੂੰ ਜਿੱਤ ਸਕੇਗਾ। ਉਸੇ ਤਰ੍ਹਾਂ ਗੁਰਬਾਣੀ ਗੁਰੂ ਮਹਾਰਾਜ ਭੇਦ ਦੇ ਰਹੇ, ਗੁਰ ਕੀ ਮੱਤ ਤੂੰ ਲਿਹ ਆਣੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਤੇ ਗੁਰੂ ਨੇ ਜਦੋਂ ਮੱਤ ਦੇਣੀ ਸੀ, ਉਸ ਮੱਤ ਦੇ ਵਿੱਚ ਸਮਝਾਉਣਾ ਸੀ ਕਿ ਅਸੀਂ ਉਸ ਸਿੱਖ ਦੇ ਵਿੱਚੋਂ ਪੈਦਾ ਹੋਏ ਹਾਂ, ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਪੈਦਾ ਹੋਏ ਹਾਂ। ਤਾਂ ਫਿਰ ਜਦੋਂ ਉਸ ਮਨ ਨੂੰ ਸੋਝੀ ਆਉਂਦੀ ਹੈ, ਭੇਦ ਆਉਂਦਾ ਹੈ, ਪਤਾ ਲੱਗਦਾ ਹੈ, ਤਾਂ ਫਿਰ ਉਸ ਮਨ ਦੇ ਅੰਦਰ ਖਿੱਚ ਪੈਦਾ ਹੁੰਦੀ ਹੈ, ਵਿਛੋੜੇ ਦੀ ਤੜਫ ਪੈਦਾ ਹੁੰਦੀ ਹੈ। ਤੇ ਗੁਰਬਾਣੀ ਗੁਰੂ ਮਹਾਰਾਜ ਸਮਝਾ ਦਿੱਤਾ ਕਿ ਜਿਸ ਮਨ ਦੇ ਅੰਦਰ ਵਿਛੋੜੇ ਦੀ ਤੜਫ ਹੀ ਨਹੀਂ ਪੈਦਾ ਹੋਈ ਗੁਰਮੁਖ ਪਿਆਰਿਓ, ਤਾਂ ਐਸਾ ਜੋ ਜੀਵ ਹੈ, ਉਹ ਜਿਵੇਂ ਅਸੀਂ ਠੇਠ ਪੰਜਾਬੀ ਭਾਸ਼ਾ ਦੇ ਵਿੱਚ ਆਖਦੇ ਹਾਂ ਨਾ, ਜਿਹੜੀਆਂ ਹੱਡੀਆਂ ਹੁੰਦੀਆਂ, ਬੋਨਸ, ਜਦੋਂ ਉਹਨਾਂ ਨੂੰ ਕ੍ਰਸ਼ ਕਰ ਲਿਆ ਜਾਂਦਾ ਤਾਂ ਉਹਨਾਂ ਨੂੰ ਮਸਾਣ ਕਹਿੰਦੇ ਆ। ਤੇ ਮਹਾਰਾਜ ਕਹਿੰਦੇ ਐਸਾ ਜੀਵ ਉਹਦੇ ਬਰਾਬਰ ਆ। ਕਹਿੰਦੇ ਪਿੰਜਰਾ ਵੀ ਨਹੀਂ, ਪਿੰਜਰੇ ਨੂੰ ਵੀ ਜੇ ਹੱਡੀਆਂ ਦੇ ਨੂੰ ਪੀਸ ਲਿਆ ਜਾਵੇ ਤਾਂ ਉਹਦੇ ਬਰਾਬਰ ਆ। ਜਿਹੜੀ ਹਵਾ ਆਏ, ਕਦੇ ਇੱਧਰ ਨੂੰ ਉਡਾ ਕੇ ਲੈ ਜਾਏ, ਕਦੇ ਦੂਜੇ ਪਾਸੇ ਨੂੰ ਲੈ ਜਾਏ। ਜਿਸ ਮਨ ਦੇ ਅੰਦਰ ਮਾਲਕ ਦੇ ਬਿਰਹਾ ਦੀ ਵਿਛੋੜੇ ਦੀ ਤੜਫ ਨਹੀਂ ਪੈਦਾ ਹੋਈ, ਜੋ ਗੁਰਬਾਣੀ ਗੁਰੂ ਮਹਾਰਾਜ ਸਮਝਾ ਰਹੇ, ਬਿਰਹਾ ਬਿਰਹਾ ਆਖੀਏ ਬਿਰਹਾ ਤੂੰ ਸੁਲਤਾਨ, ਜਿਤ ਤਨ ਬਿਰਹੋ ਨ ਉਪਜੈ ਸੋ ਤਨ ਜਾਣ ਵਸਾਣ। ਤੇ ਜਦੋਂ ਗੁਰਮੁਖ ਇਹ ਜੀਵ ਗੁਰਮੁਖ ਦੀ ਸੰਗਤ ਕਰਦਾ ਹੈ, ਸੋਝੀ ਆਉਂਦੀ ਹੈ, ਤਾਂ ਫਿਰ ਇਸ ਨੂੰ ਪਤਾ ਲੱਗਦਾ ਹੈ ਕਿ ਮਾਲਕ ਪਿਤਾ ਨਾਲੋਂ ਮੈਂ ਵਿਛੜਿਆ ਹਾਂ, ਪਰ ਮੇਰੇ ਵਿੱਚ ਕੁਝ ਨਹੀਂ। ਫਿਰ ਅਵਸਥਾ ਐਸੀ ਇਸ ਮਨ ਦੀ ਬਣਦੀ ਹੈ, ਉਹਦੇ ਵਿੱਚ ਵਿਰਾਗ ਦੇ ਵਿੱਚ ਕੀ ਕਹਿੰਦਾ ਹੈ ਮਨ ਮਾਲਕ ਪਿਤਾ ਨੂੰ, ਉਸੇ ਤਰ੍ਹਾਂ ਸਮਝਾਉਣ ਲੱਗੇ ਮਹਾਰਾਜ, ਸੁਣਨਾ ਪਿਆਰੇ ਇੱਕ ਬੇਨੰਤੀ ਮੇਰੀ,
ਤੂੰ ਨਿਜ ਘਰ ਵਸਿਆੜਾ, ਹਉ ਰੁਲ ਭਸਮੈ ਢੇਰੀ। ਮਾਲਿਕ, ਇਹ ਜੋ ਸੰਸਾਰ ਹੈ ਇਹ ਭਸਮ ਹੋਣ ਵਾਲਾ ਹੈ, ਨਾਸ਼ਵਾਨ ਹੈ। ਇਹਨੇ ਇੱਕ ਦਿਨ ਖਤਮ ਹੋ ਜਾਣਾ ਹੈ ਔਰ ਮੈਂ ਇਹਦੇ ਵਿੱਚ ਰੁਲ ਰਿਹਾ ਹਾਂ, ਮੈਂ ਭੁਲੇਖੇ ਦੇ ਵਿੱਚ ਪੈ ਗਿਆ। ਔਰ ਤੇਰਾ ਜੋ ਘਰ ਹੈ ਉਹ ਨਿਜ ਘਰ ਹੈ। ਜਦੋਂ ਗੁਰੂ ਦੀ ਮੱਤ ਲੈਂਦਾ ਹੈ ਫਿਰ ਇਸ ਨੂੰ ਸਮਝ ਆਉਂਦੀ ਹੈ, ਕਿਉਂਕਿ ਪਤਾ ਲੱਗ ਗਿਆ ਉਸ ਨਾਮ ਤੋਂ ਬਿਨਾਂ ਕੋਈ ਵੀ ਸਾਥੀ ਨਹੀਂ ਹੈ, ਕੋਈ ਵੀ ਨਾਲ ਜਾਣ ਵਾਲਾ ਨਹੀਂ। ਜੋ ਮਾਰਾ ਫਰਮਾ ਰਿਹਾ, ਵਿਣ ਨਾਵੈ ਕੋ ਸੰਗ ਨਾ ਸਾਥੀ, ਆਵੈ ਜਾਏ ਕਨੇਰੀ। ਕਹਿੰਦੇ ਬਹੁਤ ਸੰਸਾਰ ਗੁਰੂ ਪਿਆਰੇ ਆਉਂਦਾ ਜਾਂਦਾ ਹੈ, ਇਸ ਜੀਵ ਨੂੰ ਮਿਲਦਾ ਹੈ ਜਿਹੜਾ ਕਹਿੰਦਾ ਅਸੀਂ ਤੇਰੇ ਨਾਲ ਆ। ਤੇ ਪਰ ਮਹਾਰਾਜ ਸਮਝਾ ਦਿੱਤਾ ਕਿ ਉਹ ਝੂਠ ਬੋਲਦਾ ਹੈ ਸਾਰਾ ਸੰਸਾਰ। ਗੁਰਮੁਖ ਨੂੰ ਪਤਾ ਲੱਗਦਾ ਹੈ, ਪਰ ਜੇਕਰ ਗੁਰਮੁਖ ਪਿਆਰਿਓ ਅਸੀਂ ਕਹਿਣਾ ਨਹੀਂ ਹੈ ਕਿਸੇ ਨੂੰ ਕਿ ਅਸੀਂ ਪਰਿਵਾਰ ਦੇ ਵਿੱਚ ਇਹ ਸ਼ਬਦ ਵਰਤਾਂਗੇ ਤਾਂ ਕਈ ਵਾਰ ਗੁਰਮੁਖ ਮਹਿਸੂਸ ਕਰ ਜਾਂਦਾ ਹੈ, ਪਰ ਹਕੀਕਤ ਇਹੀ ਹੈ। ਮਹਾਰਾਜ ਸਮਝਾਇਆ, ਵਿਣ ਨਾਵੈ ਕੋ ਸੰਗ ਨ ਸਾਥੀ, ਆਵੈ ਜਾਏ ਕਨੇਰੀ। ਨਾਨਕ ਲਾਹਾ ਲੈ ਕਰ ਜਾਈਏ, ਸਾਚੀ ਸੱਚ ਮਤ ਤੇਰੀ। ਜੇਕਰ ਲਾਹਾ ਨਹੀਂ ਲਿਆ, ਤੇ ਕਿਉਂਕਿ ਗੁਰਮੁਖ ਪਿਆਰ ਇਹ ਜੋ ਜੀਵ ਆਇਆ ਹੈ ਇਹ ਕੱਲਾ ਹੀ ਆਇਆ ਹੈ। ਕੱਲਾ ਆਇਆ ਹੈ ਭਾਵ ਇਹਦੇ ਤੇ ਚੰਮ ਦਾ ਵੀ ਕੱਪੜਾ ਨਹੀਂ ਸੀ। ਸੋ ਇਸੇ ਕਰਕੇ ਇਸ ਨੂੰ ਕਿਹਾ ਜਾਂਦਾ ਹੈ ਨਾਂਗੇ ਆਵਣਾ ਨਾਂਗੇ ਜਾਵਣਾ। ਇਹਦੇ ਤੇ ਚੰਮ ਦਾ ਵੀ ਕੱਪੜਾ ਨਹੀਂ ਸੀ ਇਸ ਮਨ ਤੇ। ਇਹ ਸੂਖਮ ਮਨ ਆਇਆ ਹੈ ਔਰ ਜਾਣਾ ਵੀ ਇਹਨੇ ਇਸੇ ਤਰ੍ਹਾਂ ਹੀ, ਕਿਉਂਕਿ ਚੰਮ ਦਾ ਕੱਪੜਾ ਵੀ ਇੱਥੇ ਰਹਿ ਜਾਣਾ। ਇਸੇ ਕਰਕੇ ਗੁਰਬਾਣੀ ਗੁਰੂ ਮਹਾਰਾਜ ਨੇ ਸਾਨੂੰ ਸਮਝਾਇਆ ਕਿ ਜਿਸ ਮਾਂ ਪਿਓ ਨੇ ਇਸ ਕਾਇਆ ਨੂੰ ਜਨਮ ਦਿੱਤਾ ਉਹ ਕਹਿੰਦੇ ਪੁੱਤ ਅਸੀਂ ਔਖੇ ਸੌਖੇ ਸਮੇਂ ਤੇਰੇ ਨਾਲ। ਜਿਹੜੇ ਧੀਆਂ ਪੁੱਤ ਨੇ ਰਿਸ਼ਤੇਦਾਰ ਭੈਣ ਭਾਈ ਨੂੰ ਕਹਿੰਦੇ ਔਖੇ ਸੌਖੇ ਸਮੇਂ ਤੇਰੇ ਨਾਲ। ਤੇ ਗੁਰਬਾਣੀ ਗੁਰੂ ਮਹਾਰਾਜ ਸਮਝਾ ਦਿੱਤਾ, ਕਹਿੰਦੇ ਝੂਠ ਬੋਲ ਸਾਰਾ ਸੰਸਾਰ। ਜੋ ਮਾਰਾ ਫਰਮਾਰੇ ਆਵਤ ਅਕੇਲਾ ਜਾਤ ਅਕੇਲਾ, ਹਮ ਤੁਮ ਸੰਗ ਝੂਠੇ ਸਾ ਬੋਲਾ। ਕਹਿੰਦੇ ਝੂਠ ਬੋਲਿਆ ਸਾਰਾ ਬੋਲ, ਜੋ ਗੱਲਾਂ ਕਰ ਰਹੇ ਝੂਠੀਆਂ ਨੇ, ਕਿਉਂਕਿ ਨਾਲ ਤਾਂ ਕਿਸੇ ਨੇ ਜਾਣਾ ਨਹੀਂ। ਤੇ ਜਾਏਗਾ ਐਸਾ ਗੁਰਮੁਖ ਮਦਦ ਕਰ ਸਕੇਗਾ ਜਿਸਨੇ ਆਪਣੇ ਆਪ ਦੀ ਪਹਿਚਾਣ ਕੀਤੀ ਹੈ, ਆਪਣੇ ਆਪ ਨੂੰ ਸਮਝ ਲਿਆ ਹੈ। ਐਸਾ ਗੁਰਮੁਖ ਹੀ ਜੋ ਹੈ ਇਸ ਮਨ ਨੂੰ ਸਹਾਈ ਹੋ ਸਕੇਗਾ। ਜੋ ਗੁਰਬਾਣੀ ਗੁਰੂ ਮਹਾਰਾਜ ਸਮਝਾ ਰਹੇ, ਹਰ ਬਿਨ ਕੌਣ ਸਹਾਈ ਮਨ ਕਾ, ਹਰ ਬਿਨ ਕੌਣ ਸਹਾਈ। ਸਿਰਫ ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਇਸ ਮਨ ਦਾ ਸਹਾਈ ਨਹੀਂ ਹੋਣਾ ਗੁਰਮੁਖ ਪਿਆਰੇ ਕਿਸੇ। ਸੋ ਇਸੇ ਕਰਕੇ ਇਹ ਸੰਸਾਰ ਤੇ ਵਿਚਰਦਿਆਂ ਸਾਨੂੰ ਡਿਊਟੀ ਮਿਲੀ ਹੈ, ਡਿਊਟੀ ਅਸੀਂ ਨਿਭਾਉਣੀ ਹੈ। ਪਰ ਸਿਰਫ ਤੇ ਸਿਰਫ ਉਸ ਨਾਮ ਨੇ ਸੰਗ ਸਹਾਈ ਹੋਣਾ ਹੈ ਇਸ ਮਨ ਦੇ। ਸੋ ਇਸੇ ਕਰਕੇ ਗੁਰਮੁਖ ਪਿਆਰੇ ਜੋ ਬਾਰ-ਬਾਰ ਅਗਰ ਇਹ ਮਨ ਇਸ ਇਲਾਕੇ ਦੇ ਵਿਚਾਰਾਂ ਨੂੰ, ਇਸ ਇਲਾਕੇ ਨੂੰ ਛੱਡੇਗਾ ਤਾਂ ਹੀ ਉਸ ਨਾਮ ਤੱਕ ਪਹੁੰਚੇਗਾ। ਇਸ ਇਲਾਕੇ ਦੀ ਯਾਦਾਸ਼ਤ ਨੂੰ ਛੱਡੇਗਾ ਤਾਂ ਨਾਮ ਤੱਕ ਪਹੁੰਚੇਗਾ। ਤੇ ਜਦੋਂ ਯਾਦਾਸ਼ਤ ਨੂੰ ਛੱਡਦਾ ਹੈ ਗੁਰਮੁਖ, ਜਿਵੇਂ ਹੀ ਇਹ ਜੀਵ ਯਾਦਾਸ਼ਤ ਨੂੰ ਛੱਡਦਾ ਹੈ ਤਾਂ ਵਿਚਾਰ ਆਉਣੇ ਬੰਦ ਹੋ ਜਾਂਦੇ ਨੇ। ਤੇ ਗੁਰਮੁਖ ਸੰਸਾਰ ਤੇ ਵਿਚਰਦਿਆਂ ਕਈ ਵਾਰ ਭੁਲੇਖੇ ਦੇ ਵਿੱਚ ਪੈ ਜਾਂਦਾ ਹੈ ਕਿ ਮੈਂ ਜਿਹੜਾ ਕਾਰਜ ਕਰਦਾ ਹਾਂ ਤੇ ਮੈਨੂੰ ਭੁੱਲ ਜਾਂਦਾ ਹੈ, ਮੈਂ ਕੋਈ ਸਮਾਨ ਕਿੱਥੇ ਰੱਖਿਆ ਜਾਂ ਮੈਂ ਕੋਈ ਡਿਊਟੀ ਅਦਾ ਕਰਨੀ ਸੀ ਉਹ ਮੈਨੂੰ ਭੁੱਲ ਗਈ ਹੈ। ਤੇ ਗੁਰਮੁਖ ਪਿਆਰਿਓ ਕੁਝ ਸਮੇਂ ਲਈ ਜੋ ਹੈ ਖੇਡ ਚੱਲਦਾ ਹੈ, ਫਿਰ ਉਸ ਤੋਂ ਬਾਅਦ ਫਿਰ ਗੁਰਮੁਖ ਨੂੰ ਉਸ ਜੋ ਅਵਸਥਾ ਹੈ ਉਹਦੇ ਵਿੱਚ ਵਿਚਰਨਾ ਮਾਲਕ ਆਪ ਗੁਰੂ ਸਮਝਾ ਦਿੰਦੇ ਨੇ, ਸਿਖਾ ਦਿੰਦੇ ਨੇ ਵੀ ਕਿਵੇਂ ਇਸ ਜੀਵ ਨੇ ਵਿਚਰਨਾ ਹੈ। ਪਰ ਕਈ ਵਾਰ ਸੰਸਾਰ ਗੁਰਮੁਖ ਇਸ ਅਵਸਥਾ ਦੇ ਵਿੱਚ ਮਹਿਸੂਸ ਕਰਦੇ ਨੇ ਕਿ ਸਾਨੂੰ, ਕਿਉਂਕਿ ਪਰਿਵਾਰ ਜੋ ਹੈ ਉਹ ਬੰਧਨ ਹੈ। ਪਰਿਵਾਰ ਦੇ ਵਿੱਚ ਵਿਚਰਦਿਆਂ ਹੋਇਆਂ ਗੁਰਮੁਖ ਨੇ ਆਪਣੀਆਂ ਡਿਊਟੀਆਂ ਵੀ ਅਦਾ ਕਰਨੀਆਂ ਹੁੰਦੀਆਂ ਤੇ ਜੋ ਵੀ ਕਾਰਜ ਡਿਊਟੀ ਉਸ ਗੁਰਮੁਖ ਨੂੰ ਦਿੱਤੀ ਗਈ ਹੈ, ਜਿਹੜਾ ਉਹ ਮਾਲਕ ਦਾ ਪ੍ਰੈਕਟੀਕਲ ਵੀ ਕੀਤੀ ਜਾ ਰਿਹਾ ਨਾਲ ਦੀ ਨਾਲ,
ਹੁਣ ਜਦੋਂ ਉਹਨੂੰ ਵਾਪਸੀ ਤੇ ਪੁੱਛਿਆ ਗਿਆ ਕਿ ਵੀ ਉਹ ਫਲਾਨਾ ਜੋ ਜੋ ਵੀ ਚੀਜ਼ ਤੁਹਾਨੂੰ ਸੌਂਪੀ ਸੀ ਉਹ ਕਿੱਥੇ ਆ, ਤੇ ਗੁਰਮੁਖ ਵਿਚਾਰਾਂ ਤੋਂ ਰਹਿ ਤੇ ਉਹਨੂੰ ਨਹੀਂ ਪਤਾ ਲੱਗੇਗਾ। ਸੋ ਇਸ ਅਵਸਥਾ ਦੇ ਵਿੱਚ ਉਹ ਮਾਲਕ ਆਪ ਹੀ ਕਿਰਪਾ ਕਰਦੇ ਨੇ, ਅਸੀਂ ਗਾਈਡਲਾਈਨ ਲੈਣੀ ਹੁੰਦੀ ਹੈ ਗੁਰਮੁਖਾਂ ਪਾਸੋਂ। ਜਦੋਂ ਗਾਈਡਲਾਈਨ ਲੈਂਦੇ ਆ ਤਾਂ ਫਿਰ ਸਾਡਾ ਜਿਹੜਾ ਅੱਗੇ ਦਾ ਰਸਤਾ ਹੈ ਉਹ ਸੌਖਾ ਹੋ ਜਾਂਦਾ ਹੈ। ਗੁਰਮੁਖ ਪਿਆਰਿਓ, ਪ੍ਰੈਕਟੀਕਲ ਦੇ ਅੱਗੇ ਚੱਲਣਾ ਸਾਨੂੰ ਸੌਖਾ ਹੋ ਜਾਂਦਾ ਹੈ। ਸੋ ਆਓ ਗੁਰਮੁਖ ਪਿਆਰਿਓ ਥੋੜਾ ਸਮਾਂ ਸਿਮਰਨ ਕਰਦੇ ਹਾਂ। ਉਸ ਤੋਂ ਬਾਅਦ ਜੋ ਦਿੱਤਾ ਹੋਇਆ ਸਮਾਂ ਆਪ ਸਭ ਸੰਗਤ ਦਾ ਸਮਾਪਤ ਹੋ ਗਿਆ ਹੈ ਜੀ। ਸੋ 1 ਮਿੰਟ ਦੇ ਲਈ ਸਿਮਰਨ ਕਰਕੇ ਉਪਰੰਤ ਆਪਾਂ ਸਾਰਿਆਂ ਨੇ ਹੀ ਫਤਿਹ ਸਾਂਝੀ ਕਰਨੀ ਹੈ ਜੀ। ਸੋ ਸਾਰੇ ਗੁਰਮੁਖੀ ਕਰੋ ਜੀ ਸ਼ੁਰੂ। ਵਾਹ ਗੁਰੂ, 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 ਵਾਹ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰਿਓ, ਇੰਨੀ ਵਿਚਾਰ ਕਰਦੇ ਹਾਂ। ਅਗਰ ਕੋਈ ਸ਼ਬਦ ਬਹੁਤ ਘੱਟ ਬੋਲਿਆ ਗਿਆ ਹੋਵੇ ਤਾਂ ਸੰਗਤ ਗੁਰੂ ਤੇ ਸਤਿਗੁਰੂ ਬਖਸ਼ਣਯੋਗ ਹੁੰਦੇ ਨੇ, ਬਖਸ਼ ਦੇਣਾ ਜੀ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ